हेलो टीवी स्कूल फ्रेंड्स, मेरा नाम लवलीन सूद एंड मेरा सब्जेक्ट केमिस्ट्री। ਆਪਾਂ क्लास 10th ਦਾ ਸਾਇੰਸ ਵਾਲਾ ਚੈਪਟਰ ਸਟਾਰਟ ਕਰ ਰਹੇ। ਸਾਇੰਸ ਦਾ ਚੈਪਟਰ ਨੰਬਰ ਫਰਸਟ ਦੈਟ ਇਜ਼ ਕੈਮੀਕਲ ਰਿਐਕਸ਼ਨਸ ਐਂਡ ਇਕੁਏਸ਼ਨਸ। ਇਹਦੇ ਵਿੱਚ ਆਪਾਂ ਲਾਸਟ ਲੈਕਚਰ 'ਚ ਕੀ ਸਟੱਡੀ ਕੀਤਾ ਸੀ, ਇਹਦਾ ਇੱਕ ਆਪਾਂ ਲੈਕਚਰ ਜਿਹੜਾ ਪਹਿਲਾਂ ਸਟੱਡੀ ਕਰ ਚੁੱਕੇ ਹਾਂ। ਉਹਦੇ ਵਿੱਚ ਮੈਂ ਤੁਹਾਨੂੰ ਕੈਮੀਕਲ ਰਿਐਕਸ਼ਨਸ ਕੀ ਹੁੰਦੀਆਂ ਨੇ, ਇਕੁਏਸ਼ਨਸ ਕੀ ਹੁੰਦੀਆਂ, ਇਹ ਬਾਰੇ ਪੂਰਾ ਤੁਹਾਨੂੰ ਡਿਸਕਸ ਕਰਵਾਇਆ ਸੀ ਕਿ ਐਕਚੁਅਲੀ ਰਿਐਕਸ਼ਨਸ ਦਾ ਮਤਲਬ ਕੀ ਹੈ, ਇਕੁਏਸ਼ਨਸ ਕੀ ਹੈ। ਨਾਲੇ ਮੈਂ ਤੁਹਾਨੂੰ ਦੱਸਿਆ ਸੀਗਾ ਕੈਮੀਕਲ ਚੇਂਜ ਕੀ ਹੁੰਦਾ ਹੈ, ਲਾਸਟ ਲੈਕਚਰ 'ਚ ਡਿਸਕਸ ਕਰ ਚੁੱਕੇ ਹਾਂ। ਕੈਮੀਕਲ ਚੇਂਜ ਕੀ ਹੁੰਦਾ ਹੈ, ਸਿਮਿਲਰਲੀ ਫਿਜ਼ੀਕਲ ਚੇਂਜ ਕੀ ਹੁੰਦਾ ਹੈ। ठीक है, ਇਹਦੇ ਨਾਲ ਆਪਾਂ ਐਕਟੀਵਿਟੀ ਕੀਤੀ ਵੀ ਸੀ ਜਿਹੜੀ ਮੈਗਨੀਸ਼ੀਅਮ ਤੇ ਆਪਾਂ ਜਦੋਂ ਮੈਗਨੀਸ਼ੀਅਮ ਰਿਬਨ ਜਿਹੜਾ ਲੈਂਦੇ ਆ ਉਹਨੂੰ 에ਅਰ ਦੇ ਪੈਨ 'ਚ ਰਿਐਕਟ ਕਰਵਾਉਂਦੇ, ਹੀਟ ਕਰਦੇ ਆ, ਬਰਨ ਕਰਦੇ ਆ ਤਾਂ ਆਪਣੇ ਕੋਲ ਮੈਗਨੀਸ਼ੀਅਮ ਆਕਸਾਈਡ ਦੈਟ ਇਜ਼ ਵਾਈਟ ਪਾਊਡਰ ਬਣਦਾ ਹੈ। ਲਾਸਟ ਲੈਕਚਰ ਆਪਾਂ ਡਿਸਕਸ ਕੀਤਾ ਸੀ ਜਦੋਂ ਮੈਗਨੀਸ਼ੀਅਮ ਨੂੰ ਦੈਟ ਇਜ਼ ਮੈਗਨੀਸ਼ੀਅਮ ਰਿਬਨ ਅਗਰ ਉਹਨੂੰ ਆਪਾਂ 에ਅਰ 'ਚ ਕੀ ਪ੍ਰੈਜ਼ੈਂਟ ਆ, ਆਕਸੀਜਨ, ਉਹਦੇ ਨਾਲ ਬਰਨ ਕਰਦੇ ਆ, 에ਅਰ ਦੀ ਪ੍ਰੈਜ਼ੈਂਸ ਆਪਾਂ ਉਹਨੂੰ ਬਰਨ ਕਰਦੇ ਆ, ਠੀਕ ਹੈ, ਜਲਾਉਂਦੇ ਆ ਤਾਂ ਆਪਣੇ ਕੋਲ ਕੀ ਬਣਦਾ ਹੈ, ਵਾਈਟ ਪਾਊਡਰ ਬਣਦਾ ਦੈਟ ਇਜ਼ ਮੈਗਨੀਸ਼ੀਅਮ ਆਕਸਾਈਡ। ਜਿਹੜਾ ਵਾਈਟ ਪਾਊਡਰ ਬਣਦਾ ਉਹ ਆਪਾਂ ਯੂਜ਼ ਕਰਦੇ ਆ ਮੈਗਨੀਸ਼ੀਅਮ ਆਕਸਾਈਡ, ਠੀਕ ਹੈ। ਵਾਈਟ ਪਾਊਡਰ ਜਿਹੜਾ ਬਣਦਾ ਦੈਟ ਇਜ਼ ਮੈਗਨੀਸ਼ੀਅਮ ਆਕਸਾਈਡ। ਇਹ ਲਾਸਟ ਲੈਕਚਰ ਆਪਾਂ ਸਟੱਡੀ ਕੀਤਾ ਸੀ ਕਿ ਜਦੋਂ ਆਪਾਂ ਮੈਗਨੀਸ਼ੀਅਮ ਰਿਬਨ ਨੂੰ ਉਹਨੂੰ ਬਰਨ ਕੀਤਾ 에ਅਰ ਦੀ ਪ੍ਰੈਜ਼ੈਂਸ ਦੇ ਵਿੱਚ ਦੈਟ ਇਜ਼ ਆਕਸੀਜਨ, ਠੀਕ ਹੈ। ਆਪਣੇ ਕੋਲ ਵਾਈਟ ਪਾਊਡਰ ਬਣ ਰਿਹਾ ਦੈਟ ਇਜ਼ ਮੈਗਨੀਸ਼ੀਅਮ। ਤੇ ਆਪਾਂ ਰਿਐਕਸ਼ਨ ਜਿਹੜੀ ਹੈ ਲਾਸਟ ਲੈਕਚਰ 'ਚ ਵੀ ਡਿਸਕਸ ਕੀਤੀ ਸੀ ਕਿ ਜੋ ਮੈਗਨੀਸ਼ੀਅਮ ਰਿਬਨ ਲਵਾਂਗੇ ਉਹਨੂੰ 에ਅਰ ਦੀ ਪ੍ਰੈਜ਼ੈਂਸ ਦੇ ਵਿੱਚ ਬਰਨ ਕਰਾਂਗੇ, ਸਪਿਰਿਟ ਲੈਂਪ ਲਵਾਂਗੇ ਤਾਂ ਆਪਣੇ ਕੋਲ ਵਾਈਟ ਪਾਊਡਰ ਬਣਦਾ ਦੈਟ ਇਜ਼ ਮੈਗਨੀਸ਼ੀਅਮ ਆਕਸਾਈਡ, ਠੀਕ ਹੈ। ਹੁਣ ਇਸੇ ਰਿਐਕਸ਼ਨ ਨੂੰ ਆਪਾਂ ਜਿਹਨੂੰ ਬੋਲਿਆ ਦੈਟ ਇਜ਼ ਅ ਕੈਮੀਕਲ ਰਿਐਕਸ਼ਨ। ਇਹਨੂੰ ਆਪਾਂ ਕੀ ਬੋਲਿਆ ਸੀ, ਕੈਮੀਕਲ ਰਿਐਕਸ਼ਨ। ਕਿਉਂ ਬੋਲਿਆ ਸੀ ਕੈਮੀਕਲ ਰਿਐਕਸ਼ਨ ਆਪਾਂ, ਇਹ ਕਿਵੇਂ ਸਾਨੂੰ ਪਤਾ ਚੱਲਿਆ ਕਿ ਕੈਮੀਕਲ ਰਿਐਕਸ਼ਨ ਹੈ, ਕਿਉਂਕਿ ਇਹਦੇ ਵਿੱਚ ਆਪਣੇ ਕੋਲ ਕੀ ਸੀ, ਦੋ ਅਲੱਗ-ਅਲੱਗ ਚੀਜ਼ਾਂ 'ਚੋਂ ਇੱਕ ਨਵੀਂ ਚੀਜ਼ ਬਣੀ ਸੀ। ਇਹ ਅਲੱਗ ਹੈ ਮੈਗਨੀਸ਼ੀਅਮ ਆਕਸਾਈਡ, ਅਲੱਗ ਹੈ, ਉਹ ਤਾਂ ਨਵੀਂ ਚੀਜ਼ ਕੀ ਬਣੀ ਸੀ, ਮੈਗਨੀਸ਼ੀਅਮ ਆਕਸਾਈਡ। ਤੇ ਇੱਕ ਨਵੀਂ ਚੀਜ਼ ਬਣਨੀ ਉਹਨੂੰ ਆਪਾਂ ਕੀ ਬੋਲਤਾ, ਜਿਸ ਰਿਐਕਸ਼ਨ ਦੇ ਵਿੱਚ ਜਾਂ ਜਿਹਦੇ ਵਿੱਚ ਵੀ ਪ੍ਰੋਸੈਸ ਦੇ ਵਿੱਚ ਕੋਈ ਨਵੀਂ ਚੀਜ਼ ਬਣਦੀ ਹੈ ਪੁਰਾਣੀ ਚੀਜ਼ਾਂ ਤੋਂ ਤਾਂ ਉਹਨੂੰ ਬੋਲਦੇ ਕੈਮੀਕਲ ਰਿਐਕਸ਼ਨ। ਕਲੀਅਰ ਹੈ। ਇਹ ਕੈਮੀਕਲ ਰਿਐਕਸ਼ਨ ਆਪਾਂ ਲਾਸਟ ਲੈਕਚਰ 'ਚ ਵੀ ਡਿਸਕਸ ਕੀਤੀ ਸੀ, ਠੀਕ ਹੈ। ਤੇ ਆਪਾਂ ਹੁਣ ਇਹਦੇ ਵਿੱਚ ਜਿਹੜੀ ਰਿਐਕਸ਼ਨ ਮੈਂ ਇਸ ਤਰ੍ਹਾਂ ਲਿਖਤੀ ਹੈ, ਇਹਦੇ ਵਿੱਚ ਆਪਾਂ ਦੋ ਟਰਮ ਯੂਜ਼ ਕਰਦੇ ਹਾਂ। ਅੱਗੇ ਤੁਸੀਂ ਪੜ੍ਹੋਗੇ, ਅੱਗੇ ਜੋ ਆਪਾਂ ਸਟੱਡੀ ਕਰਦੇ ਰਹਾਂਗੇ, ਅੱਗੇ ਲੈਕਚਰ ਸਟੱਡੀ ਕਰਾਂਗੇ, ਉਹਦੇ 'ਚ ਆਪਾਂ ਦੋ ਟਰਮ ਯੂਜ਼ ਕਰਦੇ ਹਾਂ। ਇੱਕ ਟਰਮ ਯੂਜ਼ ਕਰਦੇ ਰਿਐਕਟੈਂਟਸ, ਸੈਕਿੰਡ ਟਰਮ ਆਪਾਂ ਯੂਜ਼ ਕਰਦੇ ਹਾਂ ਪ੍ਰੋਡਕਟਸ। ਰਿਐਕਟੈਂਟ ਔਰ ਪ੍ਰੋਡਕਟਸ, ਇਸ ਟਰਮ ਦਾ ਮਤਲਬ ਕੀ ਹੈ। ਰਿਐਕਟੈਂਟ ਦਾ ਮਤਲਬ ਹੈ ਜਦੋਂ ਕੋਈ ਦੋ ਚੀਜ਼ਾਂ ਆਪਸ ਦੇ ਵਿੱਚ ਰਿਐਕਟ ਕਰਦੀਆਂ ਨੇ, ਜਦੋਂ ਆਪਸ ਦੇ ਵਿੱਚ ਉਹ ਮਿਲ ਕੇ ਨਵੀਂ ਚੀਜ਼ ਬਣਾਉਂਦੀਆਂ ਨੇ, ਆਪਾਂ ਉਹਨੂੰ ਕੀ ਬੋਲਦੇ ਆ, ਪ੍ਰੋਡਕਟ। ਮਾਰਕੀਟ 'ਚ ਆਪਾਂ ਕੀ ਲੈਣ ਜਾਂਦੇ ਹਾਂ, ਤੁਸੀਂ ਨੋਰਮਲੀ ਸੁਣਿਆ ਹੋਗਾ ਮਾਰਕੀਟ 'ਚ ਕੀ ਲੈਣ ਜਾਂਦੇ ਆ, ਪ੍ਰੋਡਕਟਸ ਲੈਣ ਜਾਂਦੇ ਆ, ਠੀਕ ਹੈ। ਤੇ ਇਹਦਾ ਮਤਲਬ ਕਿਸੇ ਨਵੀਂ ਚੀਜ਼ ਕਿਸੇ ਚੀਜ਼ ਤੋਂ ਬਣੀ ਹੋਊਗੀ, ਠੀਕ ਹੈ। ਇਹਦਾ ਮਤਲਬ ਆਪਣੇ ਕੋਲ ਕੀ ਹੈ, ਰਿਐਕਟੈਂਟ ਜਿਹੜੇ ਚੀਜ਼ਾਂ ਆਪਸ ਵਿੱਚ ਰਿਐਕਟ ਕਰ ਰਹੀਆਂ ਨੇ, ਆਪਸ ਦੇ ਵਿੱਚ ਉਹਨਾਂ ਦੇ ਵਿੱਚ ਕੋਈ ਰਿਐਕਸ਼ਨ ਹੋ ਰਹੀ ਹੈ ਔਰ ਤੇ ਇੱਕ ਨਵੀਂ ਚੀਜ਼ ਜਿਹੜੀ ਬਣ ਰਹੀ ਦੈਟ ਇਜ਼ ਪ੍ਰੋਡਕਟ। ਕਲੀਅਰ ਹੈ। ਰਿਐਕਟੈਂਟ ਕੀ ਹੁੰਦੇ, ਪ੍ਰੋਡਕਟ ਕੀ ਹੁੰਦੇ, ਰਿਐਕਟੈਂਟ ਜਿਹੜੇ ਮਿਲ ਕੇ ਨਵੀਂ ਚੀਜ਼ ਬਣਾਉਂਦੇ ਆ ਉਹਨੂੰ ਆਪਾਂ ਕੀ ਬੋਲਦੇ ਆ, ਰਿਐਕਟੈਂਟ। ਜਿਹੜੇ ਮਿਲ ਕੇ ਆਪਸ 'ਚ ਰਿਐਕਟ ਹੋ ਕੇ ਨਵੀਂ ਚੀਜ਼ ਬਣਾਉਂਦੇ ਉਹਨੂੰ ਬੋਲਦੇ ਰਿਐਕਟੈਂਟ। ਔਰ ਜਿਹੜੀ ਚੀਜ਼ ਨਵੀਂ ਬਣ ਰਹੀ ਹੈ ਉਹਨੂੰ ਆਪਾਂ ਕੀ ਬੋਲਦੇ ਆ, ਦੈਟ ਇਜ਼ ਪ੍ਰੋਡਕਟ। ਜਿਹੜੀ ਨਵੀਂ ਚੀਜ਼ ਬਣੇਗੀ ਆਪਾਂ ਉਹਨੂੰ ਕੀ ਬੋਲਾਂਗੇ, ਪ੍ਰੋਡਕਟ। ਤਾਂ ਆਪਣੇ ਕੋਲ ਰਿਐਕਟੈਂਟ ਤੋਂ ਕੀ ਬਣਦੇ ਨੇ, ਪ੍ਰੋਡਕਟਸ ਬਣਦੇ ਨੇ। ਇਹ ਚੀਜ਼ ਧਿਆਨ ਰੱਖਣੀ ਹੈ, ਰਿਐਕਟੈਂਟ ਤੋਂ ਹਮੇਸ਼ਾ ਕੀ ਬਣਦੇ ਨੇ, ਪ੍ਰੋਡਕਟਸ ਬਣਦੇ ਨੇ। ਇਸ ਲਈ ਆਪਾਂ ਇਸ ਤਰ੍ਹਾਂ ਐਰੋ ਬਣਾ ਦਿੰਦੇ ਹਾਂ ਵੀ ਆਹ ਜਿਹੜਾ ਰਿਐਕਟੈਂਟ ਉਹ ਕੀ ਬਣਾ ਰਿਹਾ, ਪ੍ਰੋਡਕਟ। ਐਰੋ ਹੈਡ ਕਿਸ ਸਾਈਡ ਤੇ ਹੈ, ਐਰੋ ਡਾਇਰੈਕਸ਼ਨ ਕਿਸ ਸਾਈਡ ਤੇ ਹੈ, ਪ੍ਰੋਡਕਟ ਵਾਲੀ ਸਾਈਡ ਤੇ ਹੈ, ਮਤਲਬ ਰਿਐਕਟੈਂਟ ਤੋਂ ਕੀ ਬਣ ਰਿਹਾ, ਪ੍ਰੋਡਕਟਸ ਬਣ ਰਹੇ ਆ। ਹੁਣ ਜਿਹੜਾ ਰਿਐਕਟੈਂਟ ਹੈ ਉਹ ਹਮੇਸ਼ਾ ਆਪਣੇ ਕੋਲ ਲੈਫਟ ਹੈਂਡ ਸਾਈਡ ਤੇ ਹੁੰਦੇ ਆ। ਰਿਐਕਟੈਂਟ ਆਪਣੇ ਕੋਲ ਕਿਹੜੀ ਸਾਈਡ ਤੇ ਹੁੰਦੇ ਆ, ਲੈਫਟ ਹੈਂਡ ਸਾਈਡ ਤੇ। ਤੇ ਜਿਹੜੇ ਪ੍ਰੋਡਕਟਸ ਹੁੰਦੇ ਉਹ ਕਿਹੜੀ ਸਾਈਡ ਤੇ ਹੁੰਦੇ ਆ, ਰਾਈਟ ਹੈਂਡ ਸਾਈਡ, ਠੀਕ ਹੈ। ਮੇਰਾ ਰਾਈਟ ਆ ਰਿਹਾ, ਲੈਫਟ ਇਹ ਆ ਰਿਹਾ, ਤਾਂ ਰਾਈਟ ਹੈਂਡ ਸਾਈਡ ਤੇ ਹਮੇਸ਼ਾ ਪ੍ਰੋਡਕਟ ਹੁੰਦੇ, ਲੈਫਟ ਹੈਂਡ ਸਾਈਡ ਤੇ ਕੀ ਹੁੰਦੇ ਆ, ਰਿਐਕਟੈਂਟਸ। ਕਲੀਅਰ ਹੈ। ਹੁਣ ਜਦੋਂ ਆਪਾਂ ਰਿਐਕਟੈਂਟ ਨੂੰ ਰੀਪ੍ਰੈਜ਼ੈਂਟ ਕਰਨਾ, ਹੁਣ ਮੇਰੇ ਕੋਲ ਆਹ ਰਿਐਕਸ਼ਨ ਦਿੱਤੀ ਹੋਈ ਹੈ, ਮੈਂ ਇੱਕ ਰਿਐਕਸ਼ਨ ਦਿੱਤੀ ਹੈ ਕੈਮੀਕਲ ਰਿਐਕਸ਼ਨ ਕਿ ਮੈਗਨੀਸ਼ੀਅਮ ਤੇ ਆਕਸੀਜਨ ਮਿਲ ਕੇ ਮੈਗਨੀਸ਼ੀਅਮ ਆਕਸਾਈਡ ਬਣਾ ਰਹੇ ਆ। ਹੁਣ ਐਰੋ ਤੋਂ ਜਿਹੜੀ ਚੀਜ਼ ਪਹਿਲਾਂ ਆ ਰਹੀ ਹੈ ਉਹ ਕੀ ਹੋ ਗਿਆ, ਰਿਐਕਟੈਂਟ। ਜਿਹੜੀ ਐਰੋ ਤੋਂ ਪਹਿਲਾਂ ਆ ਰਹੀ, ਐਰੋ ਆ ਰਿਹਾ, ਐਰੋ ਤੋਂ ਪਹਿਲਾਂ ਜਿਹੜੀ ਚੀਜ਼ ਆ ਰਹੀ ਦੈਟ ਇਜ਼ ਰਿਐਕਟੈਂਟ। ਐਰੋ ਤੋਂ ਬਾਅਦ ਜਿਹੜੀ ਚੀਜ਼ ਆ ਰਹੀ ਉਹ ਕੀ ਹੋ ਗਿਆ, ਪ੍ਰੋਡਕਟ। ਕਲੀਅਰ ਹੈ। ਇਹਦਾ ਮਤਲਬ ਮੈਗਨੀਸ਼ੀਅਮ ਤੇ ਆਕਸੀਜਨ ਕੀ ਹੋ ਗਏ, ਦੋ ਰਿਐਕਟੈਂਟ, ਤੇ ਜਿਹੜਾ ਮੈਗਨੀਸ਼ੀਅਮ ਆਕਸਾਈਡ ਬਣਿਆ ਦੈਟ ਇਜ਼ ਪ੍ਰੋਡਕਟ। ਤੇ
ਕਿ ਕੈਮੀਕਲ ਰਿਐਕਸ਼ਨ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਰਿਐਕਟੈਂਟ ਹੁੰਦੇ ਨੇ, ਦੂਜੇ ਕੀ ਹੁੰਦੇ ਪ੍ਰੋਡਕਟਸ ਹੁੰਦੇ ਨੇ। ਰਿਐਕਟੈਂਟ ਉਹ ਹੁੰਦੇ ਨੇ ਜਿਹੜੇ ਆਪਸ ਦੇ ਵਿੱਚ ਮਿਲ ਕੇ ਨਵੀਂ ਚੀਜ਼ ਬਣਾਉਂਦੇ ਨੇ, ਤੇ ਜਿਹੜੀ ਚੀਜ਼ ਨਵੀਂ ਬਣ ਰਹੀ ਹੈ ਜਿਹਨੂੰ ਆਪਾਂ ਐਰੋ ਤੋਂ ਬਾਹਰ ਰਿਪਰੈਜ਼ੈਂਟ ਕਰਦੇ ਦੈਟ ਇਜ਼ ਪ੍ਰੋਡਕਟ। ਠੀਕ ਹੈ, ਔਰ ਲੈਫਟ हैंड साइड ਤੇ ਹਮੇਸ਼ਾ ਰਿਐਕਟੈਂਟ ਹੋਣਗੇ, ਰਾਈਟ हैंड साइड ਤੇ ਕੀ ਹੋਣਗੇ ਪ੍ਰੋਡਕਟਸ ਹੋਣਗੇ। ਕਲੀਅਰ ਹੈ, ਰਿਐਕਟੈਂਟਸ ਕੀ ਹੁੰਦੇ ਨੇ, ਪ੍ਰੋਡਕਟਸ ਕੀ ਹੁੰਦੇ ਨੇ, ਇਹ ਟਰਮਸ ਪਤਾ ਹੋਣੀ ਚਾਹੀਦੀਆਂ ਨੇ। ਨਾਲ ਹੀ ਆਪਾਂ ਇੱਕ ਹੋਰ ਪੁਆਇੰਟ ਕੰਸੀਡਰ ਕਰਦੇ ਹਾਂ, ਰਿਐਕਟੈਂਟ ਜਿਹੜੇ ਅਗਰ ਆਪਣੇ ਕੋਲ ਰਿਐਕਟੈਂਟ ਇੱਕ ਤੋਂ ਜ਼ਿਆਦਾ ਹੋਵੇ, ਜਿਵੇਂ ਇੱਥੇ ਰਿਐਕਟੈਂਟ ਕਿੰਨੇ ਹੋ ਗਏ ਸਾਡੇ ਕੋਲ 2, ਇੱਕ ਤੋਂ ਜ਼ਿਆਦਾ ਰਿਐਕਟੈਂਟ ਹੋਣ ਉਹਨਾਂ ਨੂੰ ਆਪਾਂ ਕਿਵੇਂ ਸੈਪਰੇਟ ਕਰਦੇ ਹਾਂ, ਵਿੱਚ ਕਿਹੜਾ ਸਾਈਨ ਪਾਉਂਦੇ ਆ, ਪਲੱਸ ਦਾ ਸਾਈਨ ਪਾਉਂਦੇ ਆ। ਕਿਹੜਾ ਸਾਈਨ ਪਾਉਂਦੇ ਆ, ਪਲੱਸ ਦਾ ਸਾਈਨ ਪਾਉਂਦੇ ਆ। ਇਹਦਾ ਮਤਲਬ ਆਪਣੇ ਕੋਲ 1 और दिस वन, ये भी एक है, ये भी एक है, एक तो एक कितने हो गए 2, अपने को कितने रिएक्टेंट है टोटल 2 रिएक्टेंट है। प्रोडक्ट कितने बन रहे हैं, सिर्फ एक ही बन रहे हैं, MgO तो एको चीज़ है, तो इनू आप बोलेंगे प्रोडक्ट एक बने हैं। कितों बने 2 रिएक्टेंट तो एक चीज़ बनी है, रिएक्टेंट कितने हो गए 2 तो प्रोडक्ट कितने होए 1। क्लीयर है, और रिएक्टेंट जे एक तो ज़्यादा होन उन्होंने किवें सैपरेट करांगे, प्लस दे साइन आ। सिमिलरली प्रोडक्ट अगर एक तो ज़्यादा होन तो उन्होंने आप कितना सैपरेट करांगे, प्लस दे साइन दे नाल। क्लीयर है, मतलब 2 रिएक्टेंट सी उन्हां च प्लस दा साइन, जे 2 प्रोडक्ट बनदे उन्हां च भी आपां की पाना सी, प्लस दा साइन पाना सी। ਇਹ ਟਰਮਸ ਪਤਾ ਹੋਣੇ ਚਾਹੀਦੀਆਂ ਨੇ ਕਿ ਰਿਐਕਟੈਂਟ ਕੀ ਹੁੰਦੇ ਨੇ, ਪ੍ਰੋਡਕਟਸ ਕੀ ਹੁੰਦੇ ਨੇ, ਉਹਨੂੰ ਕਿਵੇਂ ਆਪਾਂ ਸੈਪਰੇਟ ਕਰ ਸਕਦੇ। ਰਿਐਕਟੈਂਟ ਅਗਰ 2 ਹੈ ਜਾਂ 2 ਤੋਂ ਜ਼ਿਆਦਾ ਹੈ ਤਾਂ ਉਹਨਾਂ 'ਚ ਪਲੱਸ ਦਾ ਸਾਈਨ ਪਾਣਾ ਹੈ, ਜਾਂ ਪ੍ਰੋਡਕਟ ਆਪਣੇ ਕੋਲ 2 ਜਾਂ 2 ਤੋਂ ਜ਼ਿਆਦਾ ਉਹਨੂੰ ਆਪਾਂ ਪਲੱਸ ਦੇ ਸਾਈਨ ਨਾਲ ਸੈਪਰੇਟ ਕਰਨਾ ਹੈ। ਕਲੀਅਰ ਹੈ, ਇਹ ਕੈਮੀਕਲ ਰਿਐਕਸ਼ਨ ਦਾ ਬੇਸਿਕ ਜਿਹੜਾ ਹੈ ਉਹ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਕੀ ਟਰਮਸ ਆਪਾਂ ਯੂਜ਼ ਕਰਦੇ ਹਾਂ। ਨਾਲ ਅੱਜ ਹੋਰ ਜੇ ਆਪਾਂ ਟੌਪਿਕ ਨੈਕਸਟ ਕਰ ਰਹੇ ਹਾਂ ਉਹ अपना आज का टॉपिक जोड़ा है दैट इज बैलेंस्ड कैमिकल रिएक्शन। जोड़ा आप आज टॉपिक मेन डिस्कस करना दैट इज बैलेंस्ड कैमिकल रिएक्शन। बैलेंस कैमिकल रिएक्शन का मतलब की है अपने को टर्म बैलेंस मैं तुहानू दस्सिया सीगा लास्ट लेक्चर में, जो दोनों चीज़ें इक्वल हो जान तो दोनों चीज़ें की इक्वल होंगे आप टर्म यूज करते नंबर ऑफ एटम्स इक्वल हो जान, की इक्वल हो जान, नंबर ऑफ एटम्स। तुहानू पता हर एक चीज़ काली बनी हुई है, एटम्स दी बनी हुई है, तो आप टर्म यूज करते हैं जो तो नंबर ऑफ एटम्स बैलेंस हो जान मतलब इक्वल हो जान तद आप लेंगे बैलेंस कैमिकल रिएक्शन। किदे इक्वल हो जान आप ये कहते हैं नंबर ऑफ एटम्स इक्वल होने चाहिए, किदे इक्वल होने चाहिए है, एक अपने कोल की है रिएक्टेंट, दूजे अपने कोल की है प्रोडक्ट। ਇਹਦਾ मतलब जो नंबर ऑफ एटम्स है, नंबर ऑफ एटम्स है किदे रिएक्टेंट दे ਉਹ ਕਿਹਦੇ ਇਕੁਅਲ ਹੋਣੇ ਚਾਹੀਦੇ ਨੇ, ਕਿਹਦੇ ਇਕੁਅਲ ਹੋਣੇ ਚਾਹੀਦੇ ਨੇ, ਨੰਬਰ ਆਫ ਐਟਮਸ ਆਫ ਪ੍ਰੋਡਕਟਸ। ਠੀਕ ਹੈ, ਜਦੋਂ ਰਿਐਕਟੈਂਟ ਦੇ ਐਟਮਸ ਪ੍ਰੋਡਕਟ ਦੇ ਐਟਮ ਦੇ ਇਕੁਅਲ ਹੋ ਜਾਣਗੇ उस टाइम ਤੇ ਦੋਨਾਂ 'ਚ ਕੀ ਹੋ ਜਾਏਗੀ, ਬੈਲੈਂਸਿੰਗ ਹੋ ਜਾਏਗੀ, ਉਹਨੂੰ ਆਪਾਂ ਬੋਲਾਂਗੇ बैलेंस केमिकल इक्वेशन। तो बैलेंस केमिकल इक्वेशन ਕੀ ਹੁੰਦੀ ਹੈ, when number of atoms of the reactant are equal to the number of atoms of the प्रोडक्ट। जो रिएक्टेंट दे एटम्स ते प्रोडक्ट दे एटम्स दोनों इक्वल हो जान उन्होंने आप की बोलते बैलेंस केमिकल इक्वेशन। तो आप इनू स्टार्ट कर दे, इतने स्टार्ट कर दे बैलेंस केमिकल इक्वेशन को डिस्कस करना। टॉपिक अपना है बैलेंस्ड केमिकल इक्वेशन, ये अपना टॉपिक है बैलेंस केमिकल इक्वेशन। हुई आप इक्वेशन लीती सी मैग्नीशियम प्लस ऑक्सीजन that is equal to that is converted into magnesium oxide। ठीक है, ये आप लिखा सी। ठीक है, हुण ਇਹਦੇ ਵਿੱਚ आ चीज़ की अपने को रिएक्टेंट। ठीक है, सिमिलरली आ चीज़ की अपने को एरो तो बाद वाली प्रोडक्ट्स। ठीक है, रिएक्टेंट विच कन्वर्ट हो रहे हैं प्रोडक्ट्स। क्लियर है, ये अपने को रिएक्टेंट हो गए एरो तो पहला वाले और एरो तो बाद वाले की हो गए प्रोडक्ट्स। तो अपने को बैलेंस केमिकल इक्वेशन की होती है व्हेन number of atoms of reactant are equal to number of atoms of products। उन्होंने की बोलते बैलेंस केमिकल इक्वेशन। जो रिएक्टेंट और प्रोडक्ट के एटम्स की हो जाते हैं सेम हो जाते हैं अपन की बोलते बैलेंस केमिकल इक्वेशन। हुण ये सानू किवें पता चलूगा कि रिएक्टेंट दे और प्रोडक्ट के एटम्स इक्वल हो चुके हैं। तो एक साइड ते आप लेने हैं टेबल बनावांगे, इस साइड ते मैं लूँगी रिएक्टेंट। ठीक है, और इस साइड ते मैं की लूँगी प्रोडक्ट्स। ठीक है, केड़े केड़े रिएक्टेंट ने अपने को, केड़े रिएक्टेंट है मैग्नीशियम। पहले मैं इस साइड ते मैग्नीशियम इस साइड ते भी आ रहे हैं,
ठीक है, मैग्नीशियम उस साइड ते भी आ रहा है, तो मैं मैग्नीशियम कॉमन रख लिया भी, दोनों साइड ते आ रहे हैं। ऑक्सीजन भी सेम आ रहे हैं, रिएक्टेंट विच भी आ रहा है, प्रोडक्ट भी आ रहा है। ध्यान नाल देखो, आ जो मैग्नीशियम है वो इस साइड ते भी आ रहा है रिएक्टेंट च भी, और इस साइड ते प्रोडक्ट ते भी आ रहा है। सिमिलरली ऑक्सीजन जिहड़ा है वो रिएक्टर वाली साइड ते भी आ रहा है, तो अपने को प्रोडक्ट वाली साइड ते भी आ रहा है। ठीक है, ये जो आप लै रहे हैं नंबर ऑफ एटम्स आप लै रहे हैं, नंबर ऑफ एटम्स। ठीक है, किहदे लै रहे हैं, एक बार रिएक्टेंट दे लै रहे हैं, एक बार आप नंबर ऑफ एटम्स कि लै रहे हैं, प्रोडक्ट दे। ठीक है, हुण मैग्नीशियम देखो रिएक्टेंट्स किन्ने ने, काउंट करो, रिएक्टेंट वाले मैग्नीशियम किन्ने ने 1। ठीक है, ऑक्सीजन किन्ने ने रिएक्टेंट वाले 2 ना मल्टीप्लाई हो रहे हैं, मतलब ऑक्सीजन दे किन्ने हैं 2। हुण सेम ही मैग्नीशियम देखो प्रोडक्ट किन्ने हैं, किन्ने प्रोडक्ट 1, ऑक्सीजन किन्ने प्रोडक्ट वो भी की है 1। हुण देखो ਇਹਦਾ मतलब ये दोनों एक दूसरे ਦੇ इक्वल है, लग रहा है मैग्नीशियम तो मैग्नीशियम ਦੇ इक्वल है, बट ऑक्सीजन ऑक्सीजन इक्वल है नहीं है। ਇਹਦਾ मतलब अपने को ये इक्वेशन हाले बैलेंस इक्वेशन नहीं है। ठीक है, ਆਪਾਂ ਇਹਨੂੰ ਕੀ ਕਰਨਾ ਪਊਗਾ, बैलेंस करना पऊगा। किवें करांगे, अपने को ज़्यादा की है ऑक्सीजन, ਜਿਹੜੀ चीज़ हाईयर है जिहदा नंबर ज़्यादा है ਉਹਨੂੰ ਆਪਾਂ ਕੀ ਕਰਨਾ ਹੁੰਦਾ, इक्वल करना ਹੁੰਦਾ। किवें इक्वल करांगे, इस साइड ਤੇ किन्ने 2, इस साइड ਤੇ किन्ने है 1। ਇਹਦਾ मतलब मैं 2 किवें कर सकती 1 ਨੂੰ, ਜੇ मैं ਉਹਨੂੰ ਕਿੰਨਾ ਮਲਟੀਪਲਾਈ ਕਰਾਂ 2 ਨਾਲ, ਕਿੰਨਾ ਮਲਟੀਪਲਾਈ ਕਰਾਂ 2 ਨਾਲ। ਇਹਦਾ मतलब ਜਦੋਂ ਮੈਂ ਇਹਨੂੰ ਇਕੁਏਸ਼ਨ ਨੂੰ 2 ਨਾਲ ਆਕਸੀਜਨ ਨੂੰ 2 ਨਾਲ ਮਲਟੀਪਲਾਈ ਕਰੂੰਗੀ, ਕਿਹੜੀ ਆਕਸੀਜਨ ਨੂੰ, ਪ੍ਰੋਡਕਟ ਦੀ ਆਕਸੀਜਨ ਨੂੰ 2 ਨਾਲ ਮਲਟੀਪਲਾਈ ਕਰੂੰਗੀ, ਤਾਂ ਦੇ ਦੋਨੋਂ ਕੀ ਹੋ ਜਾਣਗੇ, ਇੱਕ ਦੂਜੇ ਦੇ ਇਕੁਅਲ ਹੋ ਜਾਣਗੇ। ਹੁਣ 2 मतलब ਆ ਆਕਸੀਜਨ ਹੈ, ਮੈਂ ਇਦਾਂ ਨਹੀਂ ਕਰ ਸਕਦੀ ਕਿ ਮੈਂ ਇਹਨੂੰ ਇਦਾਂ ਲਿਖਦਾ, ਇਸ ਤਰ੍ਹਾਂ ਨਹੀਂ ਲਿਖ ਸਕਦੀ ਕਿ ਮੈਂ ਆਕਸੀਜਨ 2 ਕਰਨਾ, ਮੈਂ ਆਕਸੀਜਨ ਦੇ ਵਿੱਚ 2 ਲਿਖਦਾ। ਇਦਾਂ ਕਰਦੀ ਆ ਤਾਂ ਫਾਰਮੂਲਾ ਹੀ ਚੇਂਜ ਹੋ ਜਾਂਦਾ ਹੈ, ਇਹ ਫਾਰਮੂਲਾ ਹੀ ਪੂਰਾ ਚੇਂਜ ਹੋ ਗਿਆ। ਆਪਾਂ ਫਾਰਮੂਲਾ ਜਿਹੜਾ ਉਹ ਚੇਂਜ ਨਹੀਂ ਕਰ ਸਕਦੇ। ये देखो ਇਹਦਾ ਫਾਰਮੂਲਾ ਹੀ ਚੇਂਜ ਹੋ ਗਿਆ, MgO2 ਜਿਹੜਾ ਹੈ ਉਹ ਫਾਰਮੂਲਾ ਹੀ ਚੇਂਜ ਹੋ ਗਿਆ। ਫਾਰਮੂਲਾ ਇਹਦਾ ਕੀ ਸੀ, MgO, ਫਾਰਮੂਲਾ ਬੈਲੈਂਸ ਕੈਮੀਕਲ ਇਕੁਏਸ਼ਨ। ਜਦੋਂ ਵੀ ਆਪਾਂ ਕਿਸ ਚੀਜ਼ ਦੀ ਬੈਲੈਂਸਿੰਗ ਕਰਨੀ ਹੈ ਤੇ ਇੱਕ ਪੁਆਇੰਟ मतलब ਆਪਣੇ ਮਾਈਂਡ 'ਚ ਰੱਖਣਾ ਹੈ ਕਿ ਆਪਾਂ ਫਾਰਮੂਲਾ ਨੂੰ ਆਲਟਰ ਨਹੀਂ ਕਰ ਸਕਦੇ, ਚੇਂਜ ਨਹੀਂ ਕਰ ਸਕਦੇ। ਇਹਦਾ मतलब ਜੇ ਮੈਗਨੀਸ਼ੀਅਮ ਹੈ ਉਹਦਾ ਸਿੰਬਲ Mg ਹੈ, ਉਹਨੂੰ ਚੇਂਜ ਨਹੀਂ ਕਰ ਸਕਦੇ। ਸਿਮਿਲਰਲੀ ਆਕਸੀਜਨ ਨੂੰ O2 ਹੀ ਰਹਿਣ ਦੇਵਾਂਗੇ, ਉਹਨੂੰ ਚੇਂਜ ਨਹੀਂ ਕਰ ਸਕਦੇ, ਔਰ MgO ਨੂੰ MgO ਹੀ ਰਹਿਣ ਦੇਵਾਂਗੇ, ਉਹਨੂੰ ਚੇਂਜ ਨਹੀਂ ਕਰ ਸਕਦੇ। ਇਸ ਲਈ ਕਦੇ ਵੀ ਬੈਲੈਂਸਿੰਗ ਕਰਨੀ ਹੈ ਤਾਂ ਆਪਣੀ ਈਜ਼ ਵਾਸਤੇ ਤੁਸੀਂ ਕੀ ਕਰ ਸਕਦੇ ਹੋ, ਇੱਕ ਬ੍ਰੈਕਟ 'ਚ ਰੱਖ ਸਕਦੇ ਹੋ। ਕਿੱਥੇ ਰੱਖ ਸਕਦੇ ਹੋ, ਬ੍ਰੈਕਟ 'ਚ। ਇਹਦਾ मतलब ਹੈ ਕਿ ਆਹ ਬ੍ਰੈਕਟ 'ਚ ਆਪਾਂ ਇਹਨੂੰ ਬਾਕਸ 'ਚ ਬੰਦ ਕਰਤਾ। ਹੁਣ ਉਸ ਬਾਕਸ ਜਦੋਂ ਆਪਾਂ ਨੂੰ ਬੰਦ ਕਰਤਾ, ਉਹਨੂੰ ਆਪਾਂ ਕਿਸੇ ਵੀ ਤਰੀਕੇ ਨਾਲ ਛੇੜ ਨਹੀਂ ਸਕਦੇ, ਉਹਨੂੰ ਕਿਸੇ ਚੀਜ਼ ਨਾਲ ਚੇਂਜ ਨਹੀਂ ਕਰ ਸਕਦੇ। ਇੱਦਾਂ ਮੈਂ ਆਕਸੀਜਨ ਨੂੰ ਵੀ ਬ੍ਰੈਕਟ 'ਚ ਕਰਤਾ ਕਿ ਮੈਂ ਇਹਨੂੰ ਚੇਂਜ ਨਹੀਂ ਕਰਨਾ। ਠੀਕ ਹੈ, ਫਿਕਸ ਹੋ ਚੁੱਕਿਆ ਫਾਰਮੂਲਾ, ਇਹਨੂੰ ਮੈਂ ਚੇਂਜ ਨਹੀਂ ਕਰ ਸਕਦੀ। ਤੇ ਇੱਦਾਂ MgO ਨੂੰ ਮੈਂ ਫਿਕਸ ਕਰਤਾ। ਠੀਕ ਹੈ, ਜੇ ਮੈਂ ਇਹਨੂੰ O2 ਨਾਲ ਮਲਟੀਪਲਾਈ ਨਾਲ ਮੈਂ ਫਾਰਮੂਲਾ ਕੀ ਹੋ ਜਾਣਾ ਸੀ, ਚੇਂਜ ਹੋ ਜਾਣਾ ਸੀ, ਪਰ ਮੈਂ ਫਾਰਮੂਲਾ ਚੇਂਜ ਨਹੀਂ ਕਰ ਸਕਦੀ, ਇਸ ਲਈ ਮੈਂ ਇਹਨਾਂ ਸਾਰਿਆਂ ਨੂੰ ਇੱਕ ਬਾਕਸ 'ਚ ਬੰਦ ਕਰਤਾ। ਠੀਕ ਹੈ, ਹੁਣ ਆਪਣੇ ਕੋਲ ਕੀ ਹੈ, ਮੈਂ ਤਾਂ 2 ਨਾਲ ਮਲਟੀਪਲਾਈ ਕੀਤਾ, O2 ਕਿੱਥੇ ਲੱਗੇਗਾ, ਇਹ ਬਾਕਸ ਤੋਂ ਪਹਿਲਾਂ ਲੱਗੇਗਾ। ਕਿੱਥੇ ਲੱਗੇਗਾ, ਇਸ ਬਾਕਸ ਤੋਂ ਪਹਿਲਾਂ। ਤਾਂ ਇਹਨੂੰ 2 ਨਾਲ ਮਲਟੀਪਲਾਈ ਕਰ ਦੋ, ਕਿਉਂਕਿ ਆਕਸੀਜਨ ਕੱਲਾ ਤਾਂ ਹੈ ਨਹੀਂ, ਜੇ ਕੱਲਾ ਹੁੰਦਾ ਤਾਂ ਮੈਂ ਆਕਸੀਜਨ ਨਾਲ ਕਰ ਦਿੰਦੀ, ਪਰ ਆਕਸੀਜਨ ਕਿਹਦੇ ਨਾਲ ਹੈ, ਮੈਗਨੀਸ਼ੀਅਮ ਦੇ ਨਾਲ। ਜੇ ਮੈਂ ਆਕਸੀਜਨ ਨੂੰ ਮਲਟੀਪਲਾਈ ਕਰਨਾ, ਮੈਨੂੰ ਮੈਗਨੀਸ਼ੀਅਮ ਨਾਲ ਵੀ ਕਰਨਾ ਪਊਗਾ, ਕਿਉਂਕਿ ਮੈਗਨੀਸ਼ੀਅਮ ਤੇ ਆਕਸੀਜਨ ਇਕੱਠੇ ਨੇ, ਤੇ ਮੈਂ 2 ਜਿਹੜਾ ਬਾਹਰ ਲਿਖਤਾ। ਠੀਕ ਹੈ, ਹੁਣ ਦੇਖੋ ਕੀ ਹੋ ਚੁੱਕਾ ਹੈ। ਅਗਰ ਇसी ਫਾਰਮੂਲੇ ਮੈਂ ਦੁਬਾਰਾ ਦੇਖਾਂ, ਇਸ ਸਾਈਡ ਤੇ ਮੈਗਨੀਸ਼ੀਅਮ ਕਿੰਨੇ ਹੋ ਚੁੱਕੇ ਨੇ, ਮੈਗਨੀਸ਼ੀਅਮ 1 ਨਹੀਂ ਹੈ, ਆਕਸੀਜਨ ਕਿੰਨੇ ਨੇ 2, इस साइड से मैग्नीशियम किन्ने ने देखो Mg ते O, मैग्नीशियम किन्ने ने 2 ते ऑक्सीजन किन्ने ने, ये भी किन्ने हो गए, ये नीचे 1 1 है ना, 2 × 1 2, मैग्नीशियम 2 हो गए, ये नीचे 1 है, 1 × 2 2, ऑक्सीजन भी किन्ने हो गए 2। हुण ध्यान देखो, मैग्नीशियम इधर 1 सीगे, ऑक्सीजन 2, मैग्नीशियम किन्ने हो गए 2, ऑक्सीजन भी किन्ने हो गए 2। हुण बैलेंस है इक्वेशन नहीं है, क्यों, क्योंकि इस टाइम पे हुण की हो गया, मैग्नीशियम का नंबर की हो चुका, इस साइड ते वध गया, इस साइड ते की है घट है। तो हुण मैं की करूँगी, जिधर घट हुंदा उहनूं बैलेंस करना है। देखो वध नूं मल्टीप्लाई करूँगी नंबर वधी जाऊगा, आपां की करांगे घट वाल नूं मल्टीप्लाई करांगे ताकि इहदे इक्वल हो जाए। इहदा मतलब इत्थे मैग्नीशियम 2 है, इत्थे किन्ने है 1, तो मैं इहनूं किन्ना मल्टीप्लाई करूँगी 2 नाल। ठीक है, जो मैं 2 नाल मल्टीप्लाई करदी हां, आ देखो किहनूं मल्टीप्लाई करी, कल्ले मैग्नीशियम नूं, ते मैग्नीशियम में किन्ना मल्टीप्लाई कीता 2 नाल। हुण इस साइड ते देखो मैग्नीशियम किन्ने है 2, इस साइड ते देखो मैग्नीशियम किन्ने है 2, ऑक्सीजन किन्ने है 2, इस साइड ते भी ऑक्सीजन किन्ने है 2। ਇਹਦਾ मतलब ਹੁਣ ਇਕੁਏਸ਼ਨ ਅਗਰ ਆਪਾਂ ਦੇਖੀਏ, ਉਹਦੇ ਵਿੱਚ ਮੈਗਨੀਸ਼ੀਅਮ ਵੀ 2 ਹੈ, ਰਿਐਕਟੈਂਟ ਦੇ ਵੀ 2 ਹੈ, ਪ੍ਰੋਡਕਟ ਦੇ ਵੀ 2 ਹੈ, ਆਕਸੀਜਨ ਵੀ 2 ਹੈ, ਔਰ ਪ੍ਰੋਡਕਟ ਦੇ ਵੀ ਆਕਸੀਜਨ ਕਿੰਨੇ ਹੈ 2 ਹੈ। ਇਹਦਾ मतलब ਹੁਣ ਦੋਨੋਂ ਚੀਜ਼ਾਂ ਕੀ ਹੋ ਚੁੱਕੀਆਂ ਨੇ, ਸੇਮ ਹੋ ਚੁੱਕੀਆਂ ਨੇ, ਇਕੁਅਲ ਹੋ ਚੁੱਕੀ ਹੈ। ਇਹਦਾ मतलब ਇਹ ਇਕੁਏਸ਼ਨ ਹੁਣ ਕੀ ਬਣ ਚੁੱਕੀ ਹੈ, बैलेंस्ड केमिकल इक्वेशन। ये की बन चुकी है, बैलेंस्ड केमिकल इक्वेशन। क्लियर है,
कि बैलेंस केमिकल इक्वेशन की होंदी है जो नंबर ऑफ एटम्स ऑफ द रिएक्टेंट दैट आर इक्वल टू द नंबर ऑफ एटम्स ऑफ द प्रोडक्ट। जो रिएक्टेंट के एटम्स और प्रोडक्ट के एटम्स एक दूसरे के इक्वल हो जाते हैं उदों आप की कह देंगे आ दैट इज बैलेंस केमिकल इक्वेशन। यदि आप प्रैक्टिस करांगे होर एग्जाम्पल्स लैके, ठीक है। हुण एक पेपर क्वेश्चन आ जाता है या आप माइंड अपने क्वेश्चन आता है कि अपना बैलेंसिंग करने की क्यों लोड़ है, आप बैलेंसिंग कर क्यों रहे हैं, सानू की लोड़ पई इन्हां बैलेंस करने की। तो तुसी यह टर्म 9th ਦੇ एक डेफिनेशन पढ़ी हुई है लॉ ऑफ कंजरवेशन ऑफ मास प्लस जो तुसी लोअर क्लास पढ़ी हुई 9th क्लास पढ़ी हुई है उत्थे तुहानू करवाया है लॉ ऑफ कंजरवेशन ऑफ मास। क्वेश्चन अपने को आ जाता है, माइंड च भी आता है, वैसे भी आप अगर देखिए पेपर च भी यह क्वेश्चन आ जाता है कि आप बैलेंसिंग कर रहे हैं, क्यों कर रहे हैं, ये की जरूरत है। तो इनू आप एक्सप्लेन कर सकते हैं विद द लॉ ऑफ कंजरवेशन ऑफ मास। लॉ ऑफ कंजरवेशन ऑफ मास की है, हुण मैं उन्होंने डिफाइन करूँगी और एग्जाम्पल लूँगी कि लॉ ऑफ कंजरवेशन मास आप किवें अप्लाई करते हैं, ठीक है। लॉ ऑफ कंजरवेशन ऑफ मास का मतलब की है, लॉ मतलब कोई रूल, ठीक है। कंजरवेशन मतलब कंजर्व करना, कंजर्व मतलब सेव करना कोई चीज़। कंजरवेशन ਜਿਹੜੇ ਆਪਾਂ टर्म यूज कर रहे हैं ਇਹਦੇ ਵਿੱਚ ਆਪਾਂ ਕੀ कर रहे हैं कंजर्व करके रखते कि चीज़ ਨੂੰ किवें कंजर्व कर सकते हैं कंजरवेशन, ठीक है। तो उस तो बाद अपने को मास की गल कर रहे हैं, मास एटॉमिक मास भी हो सकता है, ठीक है। आप जो मास लै रहे हैं कि जो मास है वो कभी भी तुम डेफिनेशन की पढ़िया होया मास कैन नाइदर भी क्रिएटेड नॉर भी डिस्ट्रॉय, की पढ़िया होया मास डेफिनेशन की पढ़ी हुई है मास कैन नीदर भी क्रिएटेड। जो मास है ना तो उन्होंने क्रिएट कर सकते ना ही आप डिस्ट्रॉय कर सकते हैं। मास जो हमेशा की रहा है कंजर्व रहा है कि आप कोई भी चीज़ है अपने आप अर्थ से नहीं लैके आ सकते। भी अपना एक्सपैरीमेंट किया, जब कोई एक्सपैरीमेंट करते भी उस पहले आप दो चीज़ा पाने और तो नवी चीज़ बनती है, ये नहीं कि अपने आप ही जादू ना बन गई। जो आप कहते हवा चीज कोई भी चीज़ जी आपस में रिएक्ट करके नवी चीज़ बनाती है, कोई अपने आप नहीं चीज़ आती, ठीक है। यदा मतलब की है कोई भी चीज़, यदा मतलब जो मास है अर्थ से जिन्नियां भी चीज़ों का वो की है कंजर्वड है, वो चेंज नहीं हो रहा। मास ना तो बढ़ रहा अर्थ उत्ते किस चीज़ का, ना ही वो की हो रहा घट रहा है, हमेशा की बने रहता है बैलेंस बने रहता है। इसलिए आप कहते मास कैन नीदर भी क्रिएटिव, ना तो उन्होंने अपने वालों असीं क्रिएट कर सकते हैं, ठीक है। जिवें मैं जादू किया कोई चीज़ बन गई, ठीक है। और जादू किया और जिवें कोई चीज़ तो यूज़ की होगी, हवा यूज़ की होगी, पानी यूज़ किया होगा या कोई चीज़ यूज़ की होगी, और उन्होंने सारी चीज़ों का कोई ना कोई तो मास होगा ही ना, उन्होंने मिला के मैं नवी चीज़ क्रिएट की होगी, ठीक है। यदा मतलब जिहड़ी चीज़ बन रही है वो अपने आप नहीं बन रही, वो पुरानिया चीज़ों मिल के नवी चीज़ बन रही है, ठीक है। तो उन्होंने मास जो पहले पुरानी वाली चीज़ों का मास सीगा वही जो नवी चीज़ के यूज़ हो रहा है। तो मास कैन नीदर भी क्रिएटिव, ना तो मास को अपने वालों आप क्रिएट कर सकते हैं ना ही आप डिस्ट्रॉय कर सकते हैं। मैं इदा कह देवां कि आ चौक है, ये चौक उड़ जाए गायब हो जाए दिखे ही ना मुड़ के। हुण ਇਹਦਾ मतलब ये चौक का कुछ तो होगा जो डस्ट पार्टिकल हवा च स्प्रैड आउट होए होंगे, ठीक है। ਇਹਦਾ मतलब चौक ਨੂੰ अगर मैं तोड़ भी दिंदी हाँ तो पार्टिकल जो हवा च फैले होंगे तो पार्टिकल्स मिलकर की बनया सी चौक बनया सीगा, तो वो पार्टिकल्स का भी कोई मास होगा, इस चौक का भी कोई मास सीगा। ਇਹਦਾ मतलब मैं डिस्ट्रॉय भी करा तो ਇਹਦਾ मास जो फैल जाएगा कितने ना कितने यूज़ हो जाएगा। ਇਹਦਾ मतलब आप उन्हें बिल्कुल एकदम खत्म नहीं कर सकते। तो मास कैन नीदर भी क्रिएटेड नॉर बी डिस्ट्रॉयड, यह डेफिनेशन तुम लॉ ऑफ कंजरवेशन ऑफ मास पढ़ चुके हो, ठीक है। तो जो डेफिनेशन पढ़ी है जिवें आप क्या मास की गल कर रहे हैं, हूँ मैं इक्वेशन लीती सी, इक्वेशन लीती सी कि मैग्नीशियम प्लस ऑक्सीजन मिलकर मैग्नीशियम ऑक्साइड बना रहे हैं। हूँ ये मैग्नीशियम एक सीगा, इस साइड तो मैग्नीशियम एक सीगा, इस साइड तो ऑक्सीजन एक है, इस साइड तो ऑक्सीजन की है डबल है। यदा मतलब इस साइड से जिन्ना ऑक्सीजन का मास होगा इस साइड तो की होगा हमेशा डबल होगा, की होगा डबल। ਇਹਦਾ मतलब जो मैंने बनाया होगा ਉਹਦਾ मास की हो गया घट गया, बट दैट इज़ नॉट पॉसिबल। मास की होया अगर मैं कहनी हाँ अपने को की है मैग्नीशियम का जिन्ना भी मास है अपने को एक्स एदा ए लै लेनी है, ए मास मैग्नीशियम का है, ठीक है। बी मास करना ऑक्सीजन का, O2 का मास कितना है बी है, तो इतने मैग्नीशियम का मास तो ए ही होगा, बट जो ऑक्सीजन का मास होगा वो की होगा बी का हाफ होएगा। क्यों हाफ होएगा, इतने बी किन्ने है, ये ऑक्सीजन किन्ने है दो, इस साइड तो ऑक्सीजन किन्ने है सिर्फ एक। ਇਹਦਾ मतलब ਇਹਦਾ ਜਿਹੜਾ मास होगा ਉਹਦਾ हाफ ਕਿਹੜਾ इस साइड ਤੇ ऑक्सीजन ਦਾ मास है। तो ਇਹਦਾ मतलब ਇਹ वैल्यू ਜਿਹੜੀ है इस वैल्यू नालों की है घट है, ਇਹਦਾ मास ज़्यादा हो गया, ਇਹਦਾ मास की हो गया घट गया। जबकि आप पढ़े हैं कि जो रिएक्टर मिलकर प्रोडक्ट बनाएंगे तो उन्होंने मास की रहना चाहिए सेम रहना चाहिए। तो मास तो तद ही सेम होगा जो मैं B/2 की जगह बी लवां इत्थे, ठीक है ना। इत्थे भी ए इत्थे भी बी है, तो इत्थे की होना चाहिए A B,
ठीक है। बट इतने मैं लिख रही हूँ B/2, ਇਹਦਾ ਮਤਲਬ B ਦਾ ਜਿਹੜਾ ਮਾਸ ਹੈ, ਮਤਲਬ ਆਕਸੀਜਨ ਦਾ ਜਿਹੜਾ ਮਾਸ ਉਹ ਹੌਲੀ ਹੌਲੀ ਕੀ ਹੋ ਰਿਹਾ, ਘਟ ਰਿਹਾ। ਬਟ ਦੈਟ ਇਜ਼ ਨਾਟ ਪੋਸੀਬਲ, ਕਿਉਂਕਿ ਲਾਅ ਆਫ ਕੰਜ਼ਰਵੇਸ਼ਨ ਕੀ ਕਹਿੰਦਾ ਹੈ ਕਿ ਮਾਸ ਜਿਹੜਾ ਨਾ ਤਾਂ ਆਪਾਂ ਕ੍ਰੀਏਟ ਕਰ ਸਕਦੇ ਨਾ ਹੀ ਡਿਸਟਰੋਏ ਕਰ ਸਕਦੇ, ਮਾਸ ਹਮੇਸ਼ਾ ਕੀ ਰਹੂਗਾ, ਸੇਮ ਰਹੂਗਾ, ਕੰਜ਼ਰਵ ਰਹੂਗਾ, ਜਿਹੜਾ ਸੇਫ ਰਹੇਗਾ। ਤਾਂ ਉਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਪੈਣਾ ਹੈ, ਇਹਨਾਂ ਦੋਨੋਂ ਇਕੁਏਸ਼ਨਸ ਨੂੰ ਆਪਾਂ ਕੀ ਕੀਤਾ ਸੀ, ਬੈਲੈਂਸ ਕੀਤਾ ਸੀ। ਬੈਲੈਂਸ ਕਰਨ ਤੋਂ ਬਾਅਦ ਸਾਨੂੰ ਪਤਾ ਚੱਲਿਆ ਇਹਨੂੰ ਮੈਂ 2 ਨਾਲ ਮਲਟੀਪਲਾਈ ਕਰਤਾ, ਇਹਨੂੰ ਵੀ 2 ਨਾਲ ਮਲਟੀਪਲਾਈ ਕਰਤਾ। ਹੁਣ ਦੇਖੋ A ਕਿੰਨੇ ਹੋ ਗਏ 2, O2 ਦਾ B ਰਿਹਾ, ਠੀਕ ਹੈ। A ਕਿੰਨੇ ਹੋ ਗਏ 2, ਹੁਣ ਇਹ ਕੀ ਹੋ ਗਿਆ O2 ਨਾ, O2 ਨੂੰ ਆਪਾਂ ਕੀ ਬੋਲਦੇ ਆ B। ਤਾਂ ਹੁਣ ਦੇਖੋ ਇਹ ਵੀ 2 ਨੇ, ਇਹ ਵੀ 2 ਨੇ, ਆ ਇੱਕ B ਹੈ, ਇੱਥੇ ਵੀ ਕੀ ਆ ਗਿਆ ਇੱਕ B, ਆ ਖਤਮ ਹੋ ਗਿਆ। ਇਹਦਾ ਮਤਲਬ ਹੁਣ ਬੈਲੈਂਸਿੰਗ ਤੋਂ ਬਾਅਦ ਆਹ ਚੀਜ਼ ਤੇ ਆਹ ਚੀਜ਼ ਸੇਮ ਹੋ ਗਈ, ਠੀਕ ਹੈ। ਇਹਦਾ ਮਤਲਬ ਜਿਹੜਾ ਮਾਸ ਹੋ ਕੀ ਹੋ ਗਿਆ, ਕੰਜ਼ਰਵ ਹੋ ਗਿਆ, ਸੇਫ ਹੋ ਗਿਆ, ਸੇਮ ਦੀ ਸੇਮ ਚੀਜ਼ ਆ ਗਈ ਸਾਡੇ ਕੋਲ। ਤੇ ਇਹਨੂੰ ਆਪਾਂ ਕਹਿੰਦੇ ਆ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ, ਠੀਕ ਹੈ। ਕਿ ਮਾਸ ਯੂਨੀਵਰਸ ਦੇ ਵਿੱਚ ਨਾ ਤਾਂ ਆਪਾਂ ਕ੍ਰੀਏਟ ਕਰ ਸਕਦੇ ਨਾ ਹੀ ਖਤਮ ਕਰ ਸਕਦੇ ਆ। ਉਹੀ ਲਾਅ ਜਿਹੜਾ ਆਪਾਂ ਇੱਥੇ ਅਪਲਾਈ ਕੀਤਾ ਹੈ, ਠੀਕ ਹੈ, ਉਸੇ ਬੇਸ ਤੇ ਆਪਾਂ ਕੀ ਕਰਦੇ, ਬੈਲੈਂਸਿੰਗ ਕਰਦੇ ਆ, ਤਾਂ ਕਿ ਬੈਲੈਂਸ ਕਰਨ ਤੋਂ ਬਾਅਦ ਜਿਹੜੀ ਇਕੁਏਸ਼ਨ ਸਾਡੇ ਕੋਲ ਬਣੀ ਹੈ ਉਹਨਾਂ ਦੋਨਾਂ ਦਾ ਜਿਹੜਾ ਮਾਸ ਉਹ ਕੀ ਰਵੇ, ਸੇਮ ਰਵੇ, ਠੀਕ ਹੈ। ਹੁਣ ਆਪਾਂ ਇੱਕ ਪ੍ਰੋਪਰ ਇਹਦਾ ਕੁਐਸਚਨ ਆਪਾਂ ਸੋਲਵ ਹੋ ਗਿਆ ਕਿ ਆਪਾਂ ਬੈਲੈਂਸਿੰਗ ਕਿਉਂ ਕਰਦੇ ਆ, ਕਿਉਂਕਿ ਯੂਨੀਵਰਸ ਹਰ ਇੱਕ ਚੀਜ਼ ਕੀ ਰਹਿੰਦੀ ਹੈ, ਕੰਜ਼ਰਵਡ ਰਹਿੰਦੀ ਹੈ, ਮਾਸ ਕੀ ਰਹਿੰਦਾ, ਸੇਮ ਰਹਿੰਦਾ, ਇਸ ਲਈ ਆਪਾਂ ਸਾਨੂੰ ਇਕੁਏਸ਼ਨ ਨੂੰ ਕੀ ਕਰਨਾ ਪੈਂਦਾ, ਬੈਲੈਂਸ ਕਰਨਾ ਪੈਂਦਾ। ਕਲੀਅਰ ਹੈ ਬੈਲੈਂਸਿੰਗ ਕਿਉਂ ਕਰਦੇ ਆ। ਹੁਣ ਆਪਾਂ ਐਗਜ਼ਾਮਪਲ ਲਵਾਂਗੇ ਬੈਲੈਂਸਿੰਗ ਕਿਵੇਂ ਕਰਦੇ ਆ, ਕਿਉਂ ਕਰਦੇ ਆਨਸਰ ਹੋ ਗਿਆ, ਬਟ ਹੁਣ ਕਿਵੇਂ ਕਰਨੀ ਹੈ, ਕਿਵੇਂ ਸਟੈਪ ਅਪਲਾਈ ਕਰਨੇ ਆ, ਉਹ ਆਪਾਂ ਬੈਲੈਂਸਿੰਗ ਦੀ ਪ੍ਰੈਕਟਿਸ ਕਰਾਂਗੇ। ਹੁਣ ਆਪਾਂ ਇੱਕ ਇਕੁਏਸ਼ਨ ਲੈ ਰਹੇ ਆ, Fe ਵਾਟਰ ਨਾਲ ਮਿਲ ਕੇ Fe3O4 plus H2 ਬਣਾ ਰਹੇ ਆ, ਠੀਕ ਹੈ। ਇਹ ਇਕੁਏਸ਼ਨ ਤੁਹਾਨੂੰ ਦੇਤੀ ਹੋਈ ਹੈ, ਇਹਨੂੰ ਬੈਲੈਂਸ ਕਰੋ, ਠੀਕ ਹੈ। ਇਸ ਇਕੁਏਸ਼ਨ ਆਪਾਂ ਕਿਵੇਂ ਬੈਲੈਂਸ ਕਰਨਾ ਉਹ ਆਪਾਂ ਡਿਸਕਸ ਕਰਾਂਗੇ ਕਿ ਬੈਲੈਂਸਿੰਗ ਕਿਵੇਂ ਕਰਾਂਗੇ, ਠੀਕ ਹੈ। ਤਾਂ ਹੁਣ ਆਪਣੇ ਕੋਲ ਕੀ ਹੈ, Fe ਹੈ, ਠੀਕ ਹੈ। ਤਾਂ ਪਹਿਲਾਂ ਆਪਾਂ ਕੀ ਕਰ ਲੈਣਾ, ਦੇਖ ਲੈਣਾ ਇਹ ਦੋਨੋਂ ਸਾਈਡਸ ਇਕੁਅਲ ਹੈ ਕਿ ਨਹੀਂ ਹੈ। Fe ਕਿੰਨੇ ਨੇ, ਕਾਊਂਟ ਕਰੋ ਕਿੰਨੇ ਨੇ, Fe 1। ਇੱਥੇ ਹਾਈਡਰੋਜਨ ਤੇ ਆਕਸੀਜਨ ਆਪਾਂ ਅਲੱਗ-ਅਲੱਗ ਲੈਂਦੇ, ਹਾਈਡਰੋਜਨ ਕਿੰਨੇ, ਆਕਸੀਜਨ ਕਿੰਨੇ, ਹਾਈਡਰੋਜਨ ਕਿੰਨੇ ਹੈ 2 ਤੇ ਆਕਸੀਜਨ ਕਿੰਨੇ ਹੈ 1, ਠੀਕ ਹੈ। ਇਸ ਸਾਈਡ ਤੇ Fe ਔਰ O ਨੂੰ ਲਿਖ ਲਓ। Fe ਕਿੰਨੇ ਨੇ 3, ਆਕਸੀਜਨ ਕਿੰਨੇ ਨੇ 4, ਹਾਈਡਰੋਜਨ ਕਿੰਨੇ ਹੈ 2। ਸਭ ਤੋਂ ਪਹਿਲਾਂ ਇਸ ਤਰ੍ਹਾਂ ਆਪਾਂ ਦੇਖ ਲੈਣਾ ਕਿੰਨੇ ਕਿੰਨੇ ਹੈ। Fe 1 ਹੈ, ਹਾਈਡਰੋਜਨ 2 ਹੈ, ਆਕਸੀਜਨ 1 ਹੈ, Fe ਕਿੰਨੇ ਨੇ 3 ਨੇ, ਇਸ ਸਾਈਡ ਤੇ ਆਕਸੀਜਨ 4 ਨੇ ਔਰ ਹਾਈਡਰੋਜਨ ਕਿੰਨੇ ਹੈ 2। ਤੇ ਇਹਦਾ ਮਤਲਬ ਅਗਰ ਆਪਾਂ ਦੇਖੀਏ ਇਕੁਏਟ ਕਰਕੇ ਦੇਖੋ, ਦਿਸ ਇਜ਼ 1, ਦਿਸ ਇਜ਼ 3, ਇਹ ਮਤਲਬ ਇੱਥੇ Fe ਕਿੰਨੇ ਹੈ 1, ਇੱਥੇ Fe ਕਿੰਨੇ ਨੇ 3 ਨੇ, ਸੇਮ ਹੈਗੇ ਨਹੀਂ ਹੈ। ਹਾਈਡਰੋਜਨ ਕਿੰਨੇ ਇਸ ਸਾਈਡ ਤੇ 2, ਇਸ ਸਾਈਡ ਤੇ ਕਿੰਨੇ 2, ਓਕੇ ਮਤਲਬ ਸੇਮ ਹੈ, ਠੀਕ ਹੈ। ਆਕਸੀਜਨ ਕਿੰਨੇ ਇਸ ਸਾਈਡ ਤੇ 1, ਇਸ ਸਾਈਡ ਤੇ ਆਕਸੀਜਨ ਕਿੰਨੇ ਹੈ 4। ਤੇ ਇਹਦਾ ਮਤਲਬ ਇਹ ਇਕੁਏਸ਼ਨ ਬੈਲੈਂਸਡ ਨਹੀਂ ਹੈ। ਪਹਿਲੀ ਗੱਲ ਤਾਂ ਗੜਬੜ ਆਪਣੀ ਇੱਥੇ ਆ ਗਈ ਸੀਗੀ, ਠੀਕ ਹੈ। ਦੂਜੀ ਗੜਬੜ ਆਪਣੀ ਕਿੱਥੇ ਹੋ ਰਹੀ ਹੈ, ਆਕਸੀਜਨ ਦੇ ਕੇਸ ਦੇ ਵਿੱਚ। ਆ ਦੋ ਕੇਸਿਸ 'ਚ ਆਪਣੇ ਕੋਲ ਕੀ ਹੈ, ਬੈਲੈਂਸਿੰਗ ਨਹੀਂ ਆ। ਆ ਦੋ ਚੀਜ਼ਾਂ ਜਿਹੜੀਆਂ ਉਹ ਬੈਲੈਂਸ ਨੇ, ਬਟ Fe ਤੇ O ਬੈਲੈਂਸ ਨਹੀਂ ਹੈ। ਤਾਂ ਸਭ ਤੋਂ ਪਹਿਲਾਂ ਬੈਲੈਂਸਿੰਗ ਵਾਸਤੇ ਆਪਾਂ ਕੀ ਕਰਾਂਗੇ, ਇਹਨਾਂ ਦੋਨਾਂ 'ਚੋਂ ਰਿਐਕਟੈਂਟ ਔਰ ਪ੍ਰੋਡਕਟ 'ਚੋਂ ਹਾਈਅਰ ਨੰਬਰ ਦੇਖੋ ਕਿਹਦਾ ਹਾਈਅਰ ਨੰਬਰ ਹੈ। ਦੇਖੋ 1 ਛੋਟਾ ਨੰਬਰ ਹੈ, 2 ਥੋੜਾ ਉਸ ਤੋਂ ਹਾਈਅਰ ਹੈ, 3 ਉਸ ਤੋਂ ਵੀ ਹਾਈਅਰ ਹੈ, ਸਭ ਤੋਂ ਹਾਈ ਨੰਬਰ ਕਿਹੜਾ 4। ਤਾਂ ਆਪਾਂ ਇਸ ਨੰਬਰ ਤੋਂ ਬੈਲੈਂਸਿੰਗ ਸਟਾਰਟ ਕਰਨੀ ਹੈ। ਕਿਸ ਨੰਬਰ ਤੋਂ ਸਟਾਰਟ ਕਰਨੀ ਹੈ, ਜਿਹੜਾ ਸਭ ਤੋਂ ਹਾਈਅਰ ਨੰਬਰ ਹੈ। ਇਸ ਸਾਈਡ ਤੇ ਆਕਸੀਜਨ ਕਿੰਨੇ ਹੈ 4, ਇਸ ਸਾਈਡ ਤੇ ਆਕਸੀਜਨ ਕਿੰਨੇ ਹੈ 1। ਤਾਂ ਮੈਂ ਇਹਨੂੰ ਕਿੰਨਾ ਮਲਟੀਪਲਾਈ ਕਰੂੰਗੀ 4 ਨਾਲ, ਤਾਂ ਕਿ ਇੱਥੇ ਕੀ ਹੋ ਜਾਵੇ, ਇਕੁਅਲ ਹੋ ਜਾਣ। ਤਾਂ ਸਭ ਤੋਂ ਪਹਿਲਾਂ ਫਰਸਟ ਸਟੈਪ ਕੀ ਹੈ, ਆਪਾਂ ਬੈਲੈਂਸਿੰਗ ਸਟਾਰਟ ਕਰਨ ਤੋਂ ਸਭ ਤੋਂ ਪਹਿਲਾਂ ਕੀ ਕਰਾਂਗੇ, ਇਹਨਾਂ ਸਾਰਿਆਂ ਨੂੰ ਇੱਕ ਬਾਕਸ 'ਚ ਬੰਦ ਕਰੋ। ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ, ਇਹਨਾਂ ਸਾਰਿਆਂ ਨੂੰ ਸਕੁਅਰ ਬ੍ਰੈਕਟ 'ਚ ਆਪਾਂ ਬੰਦ ਕਰ ਦਾਂਗੇ। ਸਟੈਪ 1, ਸਟੈਪ ਫਰਸਟ ਦੇ ਵਿੱਚ ਆਪਾਂ ਇਹਨਾਂ ਸਾਰਿਆਂ ਨੂੰ ਇੱਕ ਸਕੁਅਰ ਬ੍ਰੈਕਟ 'ਚ ਆਪਾਂ ਇਹਨੂੰ ਬੰਦ ਕਰ ਦਾਂਗੇ, ਤਾਂ ਕਿ ਆਪਾਂ ਨੂੰ ਇਸ ਜਿਹੜਾ ਇਹਨਾਂ ਦਾ ਫਾਰਮੂਲਾ ਸੀ ਉਹ ਚੇਂਜ ਨਾ ਕਰੀਏ, ਕਿਉਂਕਿ ਗਲਤੀ ਨਾਲ ਵੀ ਆਪਾਂ ਫਾਰਮੂਲਾ ਚੇਂਜ ਕਰਤਾ ਤਾਂ ਇਕੁਏਸ਼ਨ ਸਾਰੀ ਗਲਤ ਹੋ ਜਾਏਗੀ। ਇਸ ਲਈ ਆਪਾਂ ਇਹਨੂੰ ਸਾਰਿਆਂ ਨੂੰ ਕੀ ਕਰਤਾ, ਇੱਕ ਸਕੁਅਰ ਬ੍ਰੈਕਟ ਦੇ ਅੰਦਰ ਰੱਖ ਲਿਆ, ਠੀਕ ਹੈ। ਹੁਣ ਮੈਂ ਕੀ ਕਰ ਰਹੀ ਹਾਂ, ਇਸ ਸਾਈਡ ਤੋਂ ਆਕਸੀਜਨ 4 ਹੈ, ਇਸ ਸਾਈਡ ਤੋਂ ਆਕਸੀਜਨ ਕਿੰਨੇ ਹੈ 1। ਇਹਨੂੰ ਮੈਂ ਕਿੰਨਾ ਮਲਟੀਪਲਾਈ ਕਰ ਰਹੀ ਹਾਂ, ਦੇਖੋ ਕਿੰਨਾ ਮਲਟੀਪਲਾਈ ਕਰ ਰਹੀ ਹਾਂ 4 ਨਾਲ ਮਲਟੀਪਲਾਈ ਕਰ ਰਹੀ ਹਾਂ, ਤਾਂ ਕਿ ਇਹ ਤਾਂ ਆ ਚੀਜ਼ ਕੀ ਹੋ ਜਾਏ, ਸੇਮ ਹੋ ਜਾਏ, ਠੀਕ ਹੈ। ਬਟ ਜਿਹੜੇ ਇਹ ਆਕਸੀਜਨ ਨੂੰ ਮੈਂ 4 ਨਾਲ ਮਲਟੀਪਲਾਈ ਕਰ ਰਹੀ ਹਾਂ, ਉਹ ਆਕਸੀਜਨ ਕਿੰਨਾ ਲੱਗਾ ਹੋਇਆ ਹੈ, ਵਾਟਰ ਨਾਲ ਲੱਗਾ ਹੋਇਆ, ਮਤਲਬ ਪੂਰਾ ਇਕੱਠਾ ਹੀ ਆਕਸੀਜਨ ਹੈ, ਕੱਲਾ ਆਕਸੀਜਨ ਨਹੀਂ ਹੈ, ਠੀਕ ਹੈ। ਇੱਕ ਚੀਜ਼ ਆ ਧਿਆਨ ਰੱਖਣੀ ਹੈ, ਇਹ ਸੈਂਟਰ ਦੇ ਵਿੱਚ ਡਿਵੀਜ਼ਨ ਹੈ। ਐਰੋ ਦਾ ਮਤਲਬ ਕੀ ਹੈ, ਡਿਵੀਜ਼ਨ। ਆ ਜਿਹੜਾ ਐਰੋ ਹੈ, ਇਹ ਐਰੋ ਕੀ ਦੱਸ ਰਿਹਾ ਹੈ, ਇਸ ਸਾਈਡ ਤੇ ਰਿਐਕਟੈਂਟ ਹੈ, ਇੱਕ ਸਾਈਡ ਤੇ ਕੀ ਹੈ ਪ੍ਰੋਡਕਟ। ਆਪਾਂ ਰਿਐਕਟੈਂਟ ਔਰ ਪ੍ਰੋਡਕਟ ਦੀ ਬੈਲੈਂਸਿੰਗ ਕਰ ਰਹੇ ਹਾਂ, ਠੀਕ ਹੈ। ਤਾਂ ਇਸ ਸਾਈਡ ਤੇ ਆਕਸੀਜਨ ਕਿੰਨੇ ਹੈ, ਹੁਣ ਕਿੰਨੇ ਹੋ ਗਏ 4। ਤਾਂ ਆਪਾਂ ਇਹਨੂੰ 4 ਨਾਲ ਮਲਟੀਪਲਾਈ ਕੀਤਾ, ਤਾਂ 4 ਨਾਲ ਕਿਵੇਂ ਮਲਟੀਪਲਾਈ ਕਰਾਂਗੇ, ਨੈਕਸਟ ਸਟੈਪ 'ਚ ਆਪਾਂ 4 ਨਾਲ ਮਲਟੀਪਲਾਈ ਕਰਕੇ ਦਿਖਾ ਦੇਣਾ ਹੈ।
पहले च आपां की कीता सी इक्वेशन नूं पहला स्क्वेयर ब्रैकेट च रख लिया, ठीक है। फिर जिन्ना मैं 4 नाल मल्टीप्लाई किया है, किनों किया ऑक्सीजन ऊपर, ऑक्सीजन तो कला है ही नहीं, वो कितना लगा हुआ H2O, तो इस H2O तो बाहर मैंने की लिखता 4 कि मैंने 4 नाल मल्टीप्लाई किया, ठीक है। होर तो कुछ नहीं किया, बाकी कोई चेंज नहीं किया, इसलिए आप होर बाकी किसी चीज़ को चेंज नहीं करना, उन्हें एज इट इज़ ही रहने देना। हुण देखो Fe किन्ने ने 1, हाइड्रोजन और ऑक्सीजन लिख लो किन्ने है, हाइड्रोजन किन्ने है 8, इन्हों आप इधर लिख सकते 4 × 2, 2 जो रियल नंबर सीगा, जो एक्चुअल च नंबर सी 2 सीगा, ठीक है। पहला वाला नंबर 2 सीगा, उन्होंने कितना मल्टीप्लाई होया 4 दे नाल, ठीक है। ऑक्सीजन किन्ने से पहला 1, ऑक्सीजन पहला किन्ने से गया, देखो ऑक्सीजन किन्ने से 1, ये भी वही फॉर्म मैं जिन्हों सर्कल दे विच कर रही हूँ, पहला वाला नंबर सीगे, देखो पहला नंबर 1 सीगा, ਉਹਦਾ ਕੀ ਸੀ 2, और मैं सर्कल च कर लिया क्योंकि मैंने मल्टीप्लाई किया 4 नाल, तो 4 नाल ऑक्सीजन भी मल्टीप्लाई हो रही है, 4 नाल हाइड्रोजन भी मल्टीप्लाई हो रहा है। इस साइड ते Fe देखो कितने है, Fe है अपने को 3 और ऑक्सीजन कितने हैं 4, इतने हाइड्रोजन कितने हैं 2। हुण देखो टोटल कितने हो गए, टोटल कितने हो गए 8, ठीक है। हुण अपने को हाईएस्ट नंबर देखो किहदा 8, इस साइड ते हाइड्रोजन कितने हैं 2, तो इनू कितना मल्टीप्लाई करांगे 2 वाले नू 4 नाल, कितना मल्टीप्लाई करांगे 4 नाल, ਇਹਦਾ मतलब अगर आप 2 ਨੂੰ 4 ਨਾਲ मल्टीप्लाई करांगे तो फिर कितना हो जाएगा 8, इस साइड ते भी हाइड्रोजन 8 है, इस साइड ते भी हाइड्रोजन कितने हो जाएंगे 8। ध्यान देखो मैं की किया है, मेरे को 4 × 2 8 हाइड्रोजन हो चुके हैं, ऑक्सीजन ऑलरेडी 4 है, इस साइड ते हाइड्रोजन मेरे को कितने 2, मैं 2 ਨੂੰ 4 ਨਾਲ मल्टीप्लाई करूँगी तो 8 हो जाएंगे, तो इस साइड ते और इस साइड ते हाइड्रोजन का नंबर की हो जाएगा सेम हो जाएगा, ਇਹਦਾ मतलब मैं 4 ਨਾਲ मल्टीप्लाई करना पैना है, तो मैं नैक्सट स्टैप ਦੇ ਵਿੱਚ 4 ਨਾਲ मल्टीप्लाई करूँगी। स्टैप 2 पहला ब्रैकेट च लिख लो Fe4H2O, पहला जी इक्वेशन एज इट इज़ लिखी उन्होंने एज इट इज़ ही लिखना है, कोई चेंज नहीं करना, इक्वेशन इदा लिख देना है। इस तो पहले इस इक्वेशन तो पहला जी इक्वेशन च मैं चेंज नहीं आता सी, की चेंज नहीं आता सी 4 ਨਾਲ मल्टीप्लाई किया कि हाइड्रोजन और मैं नैक्सट स्टैप च मैंशन करूँगी, मैं नैक्सट स्टैप आई है, यदा नैक्सट स्टैप सैकेंड ये है, ये मैंशन कर रही कि मैंने कितना मल्टीप्लाई करता 4 ਨਾਲ, ठीक है। हुण देखो Fe किन्ने इस साइड ते 1, हाइड्रोजन किन्ने हो गए 8, ऑक्सीजन किन्ने हो गए 4, Fe किन्ने 3, ऑक्सीजन किन्ने 4, हाइड्रोजन किन्ने हो गए 8। हुण देखो ध्यान नाल की बैलेंस्ड है, 8 और 8 बैलेंस्ड है, ऑक्सीजन 4 और 4 बैलेंस्ड है, चेंज कितने आ रहे हैं, कितने आ रहे हैं इस साइड ते, ਇਹਦਾ मतलब मैं 3 ਨਾਲ मल्टीप्लाई करूँगी इनू, तो जोड़ा चीज़ इतने मल्टीप्लाई करो नैक्सट स्टैप च आप देखांगे। स्टैप नंबर 3 देखो Fe नू इदा ही रख लेने आप, 4H2O नू भी इदा ही रख लेने ब्रैकेट के अंदर, Fe3O4 नू भी इसी तरह रख लेने, ठीक है। 4H2 नू भी आप इसी तरह रख लेंगे, ठीक है। तो हुण देखो कि मल्टीप्लाई किया मैं 3 नाल, तो नैक्सट स्टैप मैं लिख दूंगी मैं 3 नाल मल्टीप्लाई किया, ठीक है। हुण इसी इक्वेशन चेक करो, Fe कितने हो गए 3, हाइड्रोजन कितने हो गए 8, ऑक्सीजन कितने हो गए 4, Fe कितने हो गए 3, ऑक्सीजन 4, हाइड्रोजन 8। देखो 3 8 4 और 3 8 4 उस साइड से आ रहे हैं, इक्वल आ रहे हैं, ਇਹਦਾ मतलब इस टाइम ਤੇ ਹੁਣ ਆਪਣੇ ਕੋਲ नंबर ऑफ एटम्स ऑफ द रिएक्टेंट, एरो तो पहला वाला रिएक्टेंट और एरो तो बाद वाले प्रोडक्ट, ਇਹਨਾਂ ਦੋਨਾਂ ਦੇ एटम्स की हो चुके इक्वल हो चुके हैं। जिस टाइम ਤੇ एटम्स इक्वल हो जाते ਆਪਾਂ ਨੂੰ ਕੀ ਬੋਲਦੇ बैलेंस्ड केमिकल इक्वेशन। सो दिस इज बैलेंस्ड केमिकल इक्वेशन बिकॉज the number of atoms of the reactant are equal to number of atoms of the product। जे रिएक्टेंट ਦੇ एटम्स और प्रोडक्ट ਦੇ एटम ਦੇ इक्वल हो चुके हैं, इसलिए आप इस इक्वेशन को की बोलते हैं बैलेंस्ड केमिकल इक्वेशन। क्लीयर है बैलेंस केमिकल इक्वेशन की है। सो अगर मैंने इस इक्वेशन को सिंपल बैलेंस केमिकल इक्वेशन लिखना है तो मैं किवें लिखूंगी, तो हम ऊपर लिख रही हूँ 3Fe ब्रैकेट हटा दो हम, ठीक है, 3Fe 4H2O एरो Fe3O4 प्लस अपने को लिया 4H2, ये बैलेंस केमिकल इक्वेशन बन गई। 3Fe और 4H2 मिलके Fe3O4 प्लस 4H2 बना रहे हैं। क्लीयर है। इसी तरह जिवें आप हर एक स्टैप को फॉलो करते हुए रिएक्शन की है, एक स्टैप ना जो जिवें मैं स्टैप 1 च मल्टीप्लाई कर रही हूँ, स्टैप 2 ਦੇ ਵਿੱਚ ਤੁਸੀਂ ਉਹਨੂੰ ਦਿਖਾਣਾ है।
जो स्टैप 2 ਦੇ ਵਿੱਚ ਮਲਟੀਪਲਾਈ ਕਰੋ ਸਟੈਪ 3 ਦੇ ਵਿੱਚ ਦਿਖਾਣਾ ਹੈ। ਦੇਖੋ ਮੈਂ ਇੱਥੇ ਕਿਹਾ ਸੀ ਇਹਨੂੰ 2 ਨਾਲ ਆਪਣੇ ਕੋਲ ਕੀ ਹੈ 4 ਨਾਲ ਮਲਟੀਪਲਾਈ ਕਰਨਾ ਹੈ। ਆ ਦੇਖੋ ਇੱਥੇ 4 ਨਾਲ ਮਲਟੀਪਲਾਈ ਕੀਤਾ ਸੀਗਾ, ਫਿਰ ਉਹਨੂੰ 4 ਨਾਲ ਮਲਟੀਪਲਾਈ ਕੀਤਾ, ਉਹ ਨੈਕਸਟ ਸਟੈਪ 'ਚ ਆਪਾਂ ਦਿਖਾ ਰਹੇ ਕਿ 4 ਨਾਲ ਮਲਟੀਪਲਾਈ ਹੋ ਰਿਹਾ ਹੈ। ਠੀਕ ਹੈ, ਇਸ ਸਾਈਡ ਤੇ 4 ਨਾਲ ਮਲਟੀਪਲਾਈ ਹੋ ਰਿਹਾ, ਉਹ ਨੈਕਸਟ ਸਟੈਪ ਦੇ ਵਿੱਚ ਆਪਾਂ ਮੈਂਸ਼ਨ ਕਰ ਰਹੇ ਹਾਂ। ਠੀਕ ਹੈ, ਦਿਸ ਇਜ਼ ਬੈਲੈਂਸ ਕੈਮੀਕਲ ਇਕੁਏਸ਼ਨ ਕਿਵੇਂ ਬਣੀ ਹੈ ਆਫਟਰ ਜਦੋਂ ਆਪਾਂ ਇਹਨੂੰ ਸਾਰਿਆਂ ਨੂੰ ਕੀ ਕੀਤਾ, ਜਿਹੜਾ ਹਾਈਅਰ ਨੰਬਰ ਹੈ ਪਹਿਲਾਂ ਉਹ ਦੇਖ ਲੈਣਾ ਕਿਹੜਾ ਹਾਈਅਰ ਨੰਬਰ ਹੈ, ਫਿਰ ਉਹ ਮਲਟੀਪਲਾਈ ਕਰ ਦੇਣਾ ਦੂਜੇ ਕਿੰਨਾ ਲੋਅਰ ਨੰਬਰ ਦੇ ਨਾਲ, ਤਾਂ ਕਿ ਆਪਣੇ ਕੋਲ ਕੀ ਆ ਜਾਵੇ ਇਕੁਅਲ ਵੈਲਿਊ ਆ ਜਾਵੇ। ਠੀਕ ਹੈ, ਇੱਕ ਹੋਰ ਐਗਜ਼ਾਮਪਲ ਪ੍ਰੈਕਟਿਸ ਕਰ ਲੈਂਦੇ ਹਾਂ। ਹੁਣ ਆਪਾਂ ਇੱਕ ਇਕੁਏਸ਼ਨ ਲੈ ਰਹੇ ਐਗਜ਼ਾਮਪਲ ਲੈ ਰਹੇ NCERT ਐਗਜ਼ਾਮਪਲ ਹੀ ਆਪਣੇ ਕੋਲ, बेरियम क्लोराइड रिएक्ट कर रहे हैं एल्यूमिनियम सल्फेट नाल और की बना रहे हैं बेरियम सल्फेट और एल्यूमिनियम क्लोराइड। ठीक है, बेरियम क्लोराइड मिलके एल्यूमिनियम सल्फेट नाल बेरियम सल्फेट ते एल्यूमिनियम क्लोराइड बन रहा है। ਇਹਦਾ ਮਤਲਬ ਜੋ ਦੋ ਨਵੀਆਂ ਚੀਜ਼ਾਂ ਬਣੀ ਇਸ ਇਕੁਏਸ਼ਨ ਆਪਾਂ ਕੀ ਕਰਨਾ ਪੈਣਾ, ਬੈਲੈਂਸ ਕਰਨਾ ਪੈਣਾ। ਤਾਂ ਬੈਲੈਂਸਿੰਗ ਕਿਵੇਂ ਕਰਾਂਗੇ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਭ ਦੇ ਫਾਰਮੂਲੇ ਪਤਾ ਹੋਣੇ ਚਾਹੀਦੇ ਨੇ। ਕੀ ਪਤਾ ਹੋਣੇ ਚਾਹੀਦੇ, ਫਾਰਮੂਲੇ। ਤਾਂ ਦੇਖੋ ਬੇਰੀਅਮ ਦਾ ਸਿੰਬਲ ਕੀ ਹੁੰਦਾ ਹੈ, BA, ਨਾਲ ਦੀ ਨਾਲ ਦੱਸ ਰਹੀ ਹੈ ਬੇਰੀਅਮ ਦਾ ਸਿੰਬਲ ਕੀ ਹੁੰਦਾ ਹੈ, BA। ਨਾਲ ਜੇ ਕਲੋਰਾਈਡ ਲੱਗਾ ਹੋਵੇ ਆਪਾਂ ਨੂੰ ਕੀ ਲਿਖਦੇ ਆ, Cl। ਠੀਕ ਹੈ, ਕਲੋਰਾਈਡ ਆਪਣੇ ਕੋਲ ਸਿੰਬਲ, ਕਲੋਰੀਨ ਦਾ ਸਿੰਬਲ ਕੀ ਹੁੰਦਾ ਹੈ, Cl। ਤਾਂ ਆਪਣੇ ਕੋਲ ਫਾਰਮੂਲਾ ਕੀ ਹੋ ਗਿਆ, BaCl2। ਇਹਦਾ ਫਾਰਮੂਲਾ ਹੁੰਦਾ ਬੇਰੀਅਮ ਕਲੋਰਾਈਡ ਦਾ BaCl2। ਠੀਕ ਹੈ, ਹੁਣ ਜਿਹੜਾ ਐਲੂਮੀਨੀਅਮ ਸਲਫੇਟ ਹੈ ਉਹਦਾ ਸਿੰਬਲ ਕੀ ਹੁੰਦਾ, ਐਲੂਮੀਨੀਅਮ ਦਾ Al, ਸਲਫੇਟ ਦਾ ਸਿੰਬਲ ਹੁੰਦਾ SO4 ਤੇ ਸਲਫੇਟ ਦਾ ਸਿੰਬਲ SO4 ਲੈ ਲਿਆ, ਐਲੂਮੀਨੀਅਮ ਦਾ ਸਿੰਬਲ ਹੁੰਦਾ Al। ਤੇਰਾ ਫਾਰਮੂਲਾ ਜਿਹੜਾ ਬਣੇਗਾ ਦੈਟ ਇਜ਼ Al2SO4 ਥਰਾਈਸ। ਇਹਦਾ ਫਾਰਮੂਲਾ ਜਿਹੜਾ ਹੁੰਦਾ ਪੂਰਾ ਕੀ ਹੁੰਦਾ ਹੈ, Al2SO4 ਥਰਾਈਸ। ਸਿਮਿਲਰਲੀ ਬਣਾ ਕੀ ਰਹੇ ਹੈ, बेरियम मतलब Ba, सल्फेट मतलब SO4। आ चीज़ बन रही है कितों नाल होर की बन रहे हैं, एल्यूमीनियम Al ते नाल की बन रहा है क्लोराइड Cl। तेरा फॉर्मूला हो गया AlCl3। तो सिंबल्स की है, बेरियम का सिंबल Ba है, क्लोरीन का सिंबल Cl होंदा है, सिंबल दस रही हैं, एल्यूमीनियम का सिंबल Al होंदा है, सल्फेट का सिंबल SO4 होंदा है। ये SO4 ਨੂੰ सल्फेट बोलते हैं। बेरियम का सिंबल फिर तो Ba, सल्फेट का सिंबल SO4, एल्यूमीनियम का सिंबल Al, क्लोरीन का सिंबल Cl। ठीक है, ये अपने को या तो इस तरह इक्वेशन लिखी आ सकती है या इक्वेशन इस तरह लिखी आ सकती है। जे तुहानू इक्वेशन इस तरह लिखी हुई तो तुहानू आ फॉर्मूला बनाना पैना है। जे फॉर्मूला ही दिता होया तो तुहानू सिर्फ वो बैलेंस ही करनी है कि तुसीं सिर्फ इस इक्वेशन बैलेंस करो। तो बैलेंस किवें करना है, इस साइड ते बेरियम काउंट करो किन्ने है 1, क्लोरीन किन्ने है 2। देखो क्लोरीन 2 है ना, बेरियम के नीचे की है 1, तो बेरियम 1 है, क्लोरीन किन्ने है 2। इस साइड ते एल्यूमीनियम किन्ने है 2 ਤੇ ਆ SO4 ਇਕੱਠਾ ਲੈਣਾ, ਸਲਫੇਟ ਕਿੰਨਾ ਹੈ 3। ਆ ਸਲਫੇਟ ਪੂਰਾ ਇਕੱਠਾ ਲੈ ਲਓ ਕਿੰਨੇ ਹੈ 3। ਠੀਕ ਹੈ, ਬੇਰੀਅਮ ਕਿੰਨੇ ਸਾਈਡ ਤੇ 1, ਸਲਫੇਟ ਪੂਰਾ SO4 ਕਿੰਨਾ ਹੈ 1। SO4 ਇੱਕੋ ਚੀਜ਼ ਹੈ, ਇਹਨੂੰ ਅਲੱਗ-ਅਲੱਗ ਨਹੀਂ ਕਰਨਗੇ, ਸਲਫਰ ਲੱਗ ਕਰਤਾ ਆਕਸੀਜਨ ਲੱਗ ਕਰਤਾ, ਇਹਨੂੰ ਇਕੱਠੇ ਲਓ ਕਿ SO4 ਇਕੱਠਾ ਕੀ ਹੈ, ਇੱਕ ਹੀ ਹੈ। ਠੀਕ ਹੈ, ਐਲੂਮੀਨੀਅਮ 1 ਹੈ, क्लोरीन ਕਿੰਨੇ ਹੈ 3। ਤਾਂ ਹੁਣ ਖੁਦ ਦੇਖੋ ਇਹਨਾਂ ਚੋਂ ਤੇ ਕਿਹੜੀ ਆਪਣੇ ਕੋਲ ਚੀਜ਼ ਬੈਲੈਂਸ ਨਹੀਂ ਹੈ। बेरियम 1 ने, क्लोरीन इस साइड से 1 ने। ठीक है, सल्फेट अपने को इस साइड से किन्ने, क्लोरीन किन्ने इस साइड से 2, उस साइड से क्लोरीन किन्ने है 3, किन्ने है 3। एल्यूमीनियम इस साइड से किन्ने है 2, उस साइड से एल्यूमीनियम किन्ने है 1, सल्फेट इस साइड से किन्ने है 3, इस साइड से किन्ने है 1। तो सब तो पहले आप की करांगे हाईएस्ट नंबर अपने को की है 3। ठीक है, और इस साइड से सल्फेट किन्ने है 1, तो अपन की करांगे 3 ਨਾਲ ਮਲਟੀਪਲਾਈ ਕਰਾਂਗੇ। ਤਾਂ ਪਹਿਲਾਂ ਇਹਨੂੰ ਬ੍ਰੈਕਟ 'ਚ ਲਿਖ ਲੈਂਦੇ ਆਪਾਂ ਪੂਰੀ ਇਕੁਏਸ਼ਨ ਨੂੰ। ਆ ਬ੍ਰੈਕਟ 'ਚ ਲਿਖ ਲਿਆ, ਮੈਂ ਕਿੰਨਾ ਮਲਟੀਪਲਾਈ ਕਰਨ ਜਾ ਰਹੀ ਹਾਂ 3 ਨਾਲ, ਜਿੰਨਾ ਮਲਟੀਪਲਾਈ ਕਰਨਾ ਨੈਕਸਟ ਸਟੈਪ 'ਚ ਮੈਂ ਮੈਂਸ਼ਨ ਕਰੂੰਗੀ। ਤਾਂ ਕਿਵੇਂ ਲਿਖਾਂਗੇ, ਬ੍ਰੈਕਟ 'ਚ ਜਿਹੜਾ ਆਪਾਂ ਬਾਹਰ ਇਹਨੂੰ ਸਲਫੇਟ ਨੂੰ 3 ਨਾਲ ਮਲਟੀਪਲਾਈ ਕੀਤਾ, ਮੈਂ ਨੈਕਸਟ ਸਟੈਪ 'ਚ ਦਿਖਾਤਾ ਕਿ ਮੈਨੂੰ 3 ਨਾਲ ਮਲਟੀਪਲਾਈ ਕੀਤਾ। ਠੀਕ ਹੈ, ਹੁਣ ਦੇਖੋ ਬੇਰੀਅਮ ਕਿੰਨੇ ਹੈ 1, क्लोरीन किन्ने है 2, एल्यूमीनियम किन्ने 2, सल्फेट किन्ने है 3, SO4 पूरे किन्ने है 3। बेरियम हम किन्ने हो गए 3, सल्फेट किन्ने हो गए आप पूरे सल्फेट नाल मल्टीप्लाई करके 3, एल्यूमीनियम किन्ने 1, क्लोरीन किन्ने 3। तो हुण देखो सल्फेट तो हो गए बैलेंस कि इस साइड ते भी 3 ने, उस साइड ते भी किन्ने 3। हुण इत्थे देखो एल्यूमीनियम का केस देखो, एल्यूमीनियम उस साइड ते किन्ने है 1, इस साइड ते किन्ने है 2। या फिर अगर तुसीं एल्यूमीनियम नहीं देखते हाईएस्ट नंबर किहड़ा है बेरियम का 3, इस साइड से बेरियम किन्ने है 3, इस साइड से बेरियम किन्ने 1। तो इस इक्वेशन आप कितना मल्टीप्लाई कर देंगे 3 नाल, क्योंकि बेरियम साइड से 3 है, साइड से की है 1,
ਤਾਂ ਹਾਈਐਸਟ ਨੰਬਰ ਦੇ ਅਕੋਰਡਿੰਗ ਮੈਂ ਇਹਨੂੰ 3 ਨਾਲ ਮਲਟੀਪਲਾਈ ਕਰ ਦਿੰਦੀ ਹਾਂ। ਤੇ ਇਕੁਏਸ਼ਨ ਐਸ ਸੱਚ ਲਿਖੋ, ਇਹਨੂੰ ਆਪਾਂ ਕੀ ਕਰਾਂਗੇ 3 ਨਾਲ ਮਲਟੀਪਲਾਈ। ਨੈਕਸਟ ਸਟੈਪ 'ਚ ਮੈਂ ਦਿਖਾਤਾ ਕਿ ਮੈਨੂੰ 3 ਨਾਲ ਮਲਟੀਪਲਾਈ ਕੀਤਾ ਹੈ। ਠੀਕ ਹੈ, ਹੁਣ ਆਪਣੇ ਕੋ ਕਾਊਂਟ ਕਰੇ ਕਿੰਨੇ ਹੋ ਗਏ 3 ਬੇਰੀਅਮ 6 ਕਲੋਰੀਨ, ਐਲੂਮੀਨੀਅਮ ਕਿੰਨੇ 2, ਸਲਫੇਟ ਕਿੰਨੇ ਹੈ 3, ਬੇਰੀਅਮ ਕਿੰਨੇ ਹੈ 3, ਸਲਫੇਟ ਕਿੰਨੇ ਹੈ 3, ਐਲੂਮੀਨੀਅਮ ਕਿੰਨੇ ਹੈ 1, ਕਲੋਰੀਨ ਕਿੰਨੇ ਹੈ 3। तो ਹੁਣ देखो क्लोरीन किन्ने हो चुके हैं 6, ਇੱਥੇ क्लोरीन किन्ने है 3, तो ਇਹਨੂੰ ਕਿੰਨਾ ਮਲਟੀਪਲਾਈ ਕਰਾਂਗੇ 2 ਨਾਲ ਮਲਟੀਪਲਾਈ ਕਰਾਂਗੇ। ਕਿੰਨਾ ਮਲਟੀਪਲਾਈ ਕਰਾਂਗੇ 2 ਨਾਲ। तो मैं नेक्स्ट स्टेप ਚ ਦਿਖਾਉਂਗੀ, ਉਹ नेक्स्ट स्टेप मैं ऊपर लिख रही ਹਾਂ ਕਿ ਉਹਨੂੰ ਕਿੰਨਾ ਮਲਟੀਪਲਾਈ ਕਰ ਰਹੇ ਹਾਂ। ਮੈਨੂੰ 2 ਨਾਲ ਮਲਟੀਪਲਾਈ ਕਰ ਰਹੀ ਹਾਂ, ਉਹ नेक्स्ट स्टेप ਚ ਆਪਾਂ ਲਿਖ ਰਹੇ ਹਾਂ 3 बेरियम क्लोराइड Al2SO4 थ्राइस। ਇਹਦਾ ਮਤਲਬ ਹੁੰਦਾ ਬ੍ਰੈਕਟ ਤੋਂ ਬਾਅਦ 3 ਦਾ ਮਤਲਬ ਸਲਫੇਟ 3 ਲੱਗੇ ਹੋਏ ਨੇ। ਠੀਕ ਹੈ, 3 ਬੇਰੀਅਮ ਸਲਫੇਟ ਔਰ ਆਪਾਂ ਇੱਕ ਜਿਹੜਾ ਐਲੂਮੀਨੀਅਮ ਕਲੋਰਾਈਡ ਲਿੱਤਾ ਹੋਇਆ। ਕਿੰਨਾ ਮਲਟੀਪਲਾਈ ਕੀਤਾ ਸੀ ਆਪਾਂ ਇਕੁਏਸ਼ਨ 'ਚ, ਇੱਥੇ ਕਲੋਰੀਨ 6 ਹੈ, ਇਸ ਸਾਈਡ ਤੇ ਕਿੰਨੇ ਸੀ 3, ਇਹਨੂੰ ਮੈਂ 2 ਨਾਲ ਮਲਟੀਪਲਾਈ ਕੀਤਾ ਸੀ। ਇੱਥੇ ਇਕੁਏਸ਼ਨ 'ਚ ਕੀ ਆ ਜਾਏਗਾ 2। ਠੀਕ ਹੈ, ਤਾਂ ਹੁਣ ਦੇਖੋ ਕਿੰਨੇ ਹੋ ਗਏ, बेरियम काउंट करो किन्ने है 3, क्लोरीन किन्ने है 6, एल्यूमिनियम किन्ने 2, सल्फेट किन्ने 3, बेरियम किन्ने 3, सल्फेट किन्ने 3, एल्यूमिनियम 2 और क्लोरीन 6। ਹੁਣ देखो बैलेंस हुई इक्वेशन कि नहीं हुई 3 बेरियम 3 बेरियम। ठीक है, क्लोरीन 6 क्लोरीन 6, नेक्स्ट एल्यूमिनियम 2 एल्यूमिनियम 2 और सल्फेट 3 सल्फेट 3। दिस इज बैलेंस केमिकल इक्वेशन। ਹੁਣ ਆਪਣੇ ਕੋਲ ਕੀ ਹੈ ਰਿਐਕਟੈਂਟ ਔਰ ਪ੍ਰੋਡਕਟ ਦੇ ਐਟਮ ਕੀ ਹੋ ਚੁੱਕੇ ਸੇਮ ਹੋ ਚੁੱਕੇ ਹਨ। ਆਪਾਂ ਬੋਲਾਂਗੇ बैलेंस केमिकल इक्वेशन। तो रिप्रेजेंट ਕਿਵੇਂ ਕਰਾਂਗੇ 3 बेरियम क्लोराइड प्लस 1 एल्यूमिनियम सल्फेट मिलके 3 बेरियम सल्फेट और 2 एल्यूमिनियम क्लोराइड बना रहे हैं। दिस इज बैलेंस केमिकल इक्वेशन। क्लीयर है किवें बैलेंसिंग करते। इसी तरह तुसीं होर भी एग्जाम्पल्स की प्रैक्टिस करनी है, क्योंकि जिन्नी प्रैक्टिस करोगे उन्नी बैलेंस केमिकल इक्वेशन तुहाडी प्रैक्टिस होएगी। और दिस इज वेरी वेरी इंपॉर्टेंट टॉपिक। पेपर दे विच इहदी क्वेश्चन दी वेटेज प्रॉपर है। इह चो क्वेश्चन इस चैप्टर चो एक क्वेश्चन जिहड़ा बैलेंसिंग दा कवर करदा ही है। सो तुसीं जिन्नी प्रैक्टिस कर सकते हो बैलेंसिंग दी उन्नी प्रैक्टिस करनी है। ठीक है, एनसीईआरटी जिन्नी भी एग्जाम्पल सारी खुद सॉल्व करनियां ने। नैक्सट लेक्चर आपां अगे टॉपिक डिस्कस करांगे टाइप्स ऑफ केमिकल रिएक्शंस। ठीक है, तो हुण दे लेक्चर आप बैलेंसिंग बारे डिस्कस किया है, तो बैलेंसिंग पे फोकस करना है क्योंकि ये बहुत इंपॉर्टेंट टॉपिक है। ठीक है, ओके, थैंक यू।